कश्मीर की प्रॉब्लम किन्नी सीरीयस मानते हो तुसी? कोई है सोल्यूशन नज़र आता नेड़े? कश्मीर प्रॉब्लम दे कई पहलू हैं। देखो जी, पुलवामा होया पाकिस्तान का तो हथ सीगा ही, प्रॉक्सी वॉर तो है ही, पर अपना भी तो अंदरों आपां प्रॉब्लम नूं सॉल्व करना है। अतवाद का हल सिर्फ सिक्योरिटी फोर्सेस ते नहीं। एक आप सोच के बह जाते हैं कि पाकिस्तान नूं आपां अलग थलग कर देंगे, वो करना मुश्किल है। ये आतंकवाद की लड़ाई कोई दूजा मुल्क साडा काम नहीं करेगा, आपां ही करना पड़ेगा। मिल के एक इंडिया की पॉलिसी बनाओ, पार्टी की पॉलिसी ना बनाओ, चाहे पार्टियां बदल जान, एक नेशनल पॉलिसी हो। ना तो गोली से ना गाली से, बात बनेगी गले लगाने से। सौखा तो कुछ नहीं है दुनिया च, पर औखा भी नहीं। वो कहते ना हाउस द जोश, पर देखो जी ये नाल ही पूछना चाहिए हाउस द होश, होश भी रखना। ਅਸੀਂ ਸਾਰੇ ਹਿੰਦੁਸਤਾਨੀ ਆਪਣੇ ਘਰਾਂ ਦੇ ਵਿੱਚ ਬੜੇ ਆਰਾਮ ਦੀ ਨੀਂਦ ਔਰ ਬੜੇ ਚੈਨ ਦੀ ਨੀਂਦ ਸੌਂਦੇ ਆ, ਕਿਉਂਕਿ ਸਾਡੀ ਜਿਹੜੀ ਫੌਜ ਹੈ ਉਹ ਬਹੁਤ ਹੀ ਮੁਸਤੈਦ ਹੈ। ਏਅਰ ਫੋਰਸ ਹੋਏ, ਆਰਮੀ ਹੋਏ, ਨੇਵੀ ਹੋਏ, ਇਹ ਹਮੇਸ਼ਾ ਅਲਰਟ ਰਹਿੰਦੇ ਨੇ ਤਾਂ ਕਿ ਅਸੀਂ ਸਾਰੇ ਆਰਾਮ ਨਾਲ ਰਹਿ ਸਕੀਏ ਔਰ ਸਾਡਾ ਦੇਸ਼ ਜਿਹੜਾ ਹੈ ਸੁਰੱਖਿਅਤ ਰਹਿ ਸਕੇ। ਅੱਜ ਪ੍ਰੋਗਰਾਮ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਸਾਡੇ ਨਾਲ ਉਹੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ ਲਗਭਗ 39 ਸਾਲ ਭਾਰਤੀ ਫੌਜ ਨੂੰ ਦਿੱਤੇ, ਸੇਵਾ ਕੀਤੀ ਔਰ ਕਈ ਚੈਲੰਜਸ ਜਿਹੜੇ ਉਹ ਚੱਲੇ। ਲੈਫਟੀਨੈਂਟ ਜਨਰਲ KJ ਸਿੰਘ, ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ABP ਸਾਂਝਾ ਦੇ ਸ਼ਰੋਤਾਵਾਂ ਨੂੰ ਸਾਰਿਆਂ ਨੂੰ ਮੇਰੀ ਤਰਫੋਂ ਹੋਲੀ ਦੀ ਮੁਬਾਰਕਬਾਦ, ਹੋਲਾ ਮੁਹੱਲਾ ਦੀ ਵੀ ਮੁਬਾਰਕਬਾਦ ਸਾਰਿਆਂ ਨੂੰ। ਇਹ ਤੁਸੀਂ ਮੈਨੂੰ ਇੱਕ ਚੰਗਾ ਮੌਕਾ ਦਿੱਤਾ ਹੈ ਤਾਂ ਕਿ ਮੈਂ ਆਪਣੇ ਜਿਹੜੇ ਐਕਸਪੀਰੀਐਂਸਸ ਹੈ ਉਹ ਸਾਰਿਆਂ ਦੇ ਨਾਲ ਸਾਂਝੇ ਕਰ ਸਕਾਂ। ਦੇਖੋ ਜੀ, ਮੇਰੀ ਸਟੋਰੀ ਤਾਂ ਸ਼ੁਰੂ ਹੁੰਦੀ ਹੈ 1966 ਤੋਂ। 1966 ਵਿੱਚ ਮੈਂ ਇੱਕ ਰਾਜਸਥਾਨ ਦੇ ਛੋਟੇ ਜਿਹੇ ਕਸਬੇ 'ਚ ਰਹਿੰਦਾ ਸੀ ਤੇ ਮੇਰੇ ਫਾਦਰ ਸਾਹਿਬ ਰਾਜਸਥਾਨ ਐਡਮਿਨਿਸਟ੍ਰੇਟਿਵ ਸਰਵਿਸ ਵਿੱਚ ਨੌਕਰੀ ਕਰਦੇ ਸੀ ਤੇ ਪੋਸਟਿੰਗਸ ਬਹੁਤ ਹੁੰਦੀਆਂ ਸੀ ਔਰ ਜਿਹੜੇ ਥਾਂ ਹੁੰਦੇ ਸੀ ਉਹ ਬੜੇ ਛੋਟੇ ਹੁੰਦੇ ਸੀ। ਉੱਥੇ ਸਾਰੇ ਹਿੰਦੀ ਮੀਡੀਅਮ ਸਕੂਲ ਸੀਗੇ ਤੇ ਮੈਂ ਤਾਂ ਖੁਦ ਹੀ ਹਿੰਦੀ ਮੀਡੀਅਮ ਸਕੂਲ ਵਿੱਚ ਪੜ੍ਹਿਆ 5ਵੀਂ ਕਲਾਸ ਤੱਕ। ਤੇ ਮੇਰੇ ਫਾਦਰ ਸਾਹਿਬ ਨੂੰ ਲੱਗਿਆ ਉਸ ਟਾਈਮ ਤੇ ਪਾਠ ਦੀ ਲੜਾਈ ਹੋਈ ਸੀ, ਫਿਰ 65 ਦੀ ਲੜਾਈ ਹੋਈ 1965 ਦੀ, ਤੇ ਫਿਰ 65 ਵਿੱਚ ਮੈਂ ਸੈਨਿਕ ਸਕੂਲ ਦਾ ਐਗਜ਼ਾਮ ਲਿਖਿਆ। ਮੈਂ ਨਦਬਈ ਇੱਕ ਪਿੰਡ ਕਸਬਾ ਜਿਹਾ ਹੁੰਦਾ ਸੀ ਭਰਤਪੁਰ ਡਿਸਟ੍ਰਿਕਟ ਵਿੱਚ, ਉੱਥੋਂ ਕਾਫੀ ਦੂਰ ਚਿਤੌੜਗੜ੍ਹ ਸੈਨਿਕ ਸਕੂਲ ਹੁੰਦਾ ਸੀ ਸਾਡੇ ਰਾਜਸਥਾਨ ਦਾ। ਮੇਰੇ ਫਾਦਰ ਰਾਜਸਥਾਨ ਦੀ ਨੌਕਰੀ ਕਰਦੇ ਸੀ। ਉੱਥੇ ਮੇਰਾ ਸਿਲੈਕਸ਼ਨ ਹੋ ਗਿਆ ਮੈਰਿਟ ਤੇ ਮੈਂ ਫਿਰ ਉਸ ਸਕੂਲ ਚਲਾ ਗਿਆ। ਸਕੂਲ ਵਿੱਚ ਅਸੀਂ ਪੜ੍ਹਦੇ ਰਹੇ ਤੇ ਤੁਸੀਂ ਮੈਂ ਕਿਹਾ ਕਿ ਮੈਂ 39 ਇਅਰਸ ਵਿੱਚ ਫੌਜ ਦੀ ਨੌਕਰੀ ਕੀਤੀ, ਲੇਕਿਨ ਮੈਂ ਥੋੜ੍ਹਾ ਜਿਹਾ ਕਰੈਕਸ਼ਨ ਪਾਵਾਂ ਕਿ ਮੈਂ ਤਾਂ ਰੀਅਲੀ ਫੌਜ ਦੇ ਨਾਲ 50 ਸਾਲ ਤੋਂ ਜ਼ਿਆਦਾ ਜੁੜਿਆ, ਕਿਉਂਕਿ 1966 ਵਿੱਚ ਮੈਂ ਵਰਦੀ ਪਾ ਲਈ। ਉਸ ਤੋਂ ਬਾਅਦ ਮੈਂ ਵਰਦੀ ਨਹੀਂ ਉਤਾਰੀ, ਸੈਨਿਕ ਸਕੂਲ 'ਚ ਪਾ ਲਈ। ਹਾਂ ਜੀ। ਤੇ ਉਸ ਤੋਂ ਬਾਅਦ ਮੈਂ ਸੈਨਿਕ ਸਕੂਲ ਦੀ ਪੜ੍ਹਾਈ ਖਤਮ ਕਰਕੇ ਸੋਚ ਹੀ ਰਹੇ ਸੀ ਕੀ ਕਰੀਏ। ਉਸ ਟਾਈਮ ਤੇ 1971 ਦੀ ਲੜਾਈ ਹੋਈ ਸੀ ਸੇ ਇਹ ਗੱਲ ਹੈ 72 ਦੀ, ਤੇ ਉਸ ਟਾਈਮ ਤੇ ਬੜਾ ਜਜ਼ਬਾ ਸੀ, ਬੜਾ ਉਹ ਜੋਸ਼ ਸੀਗਾ ਤੇ ਮੈਂ NDA ਦਾ ਐਗਜ਼ਾਮ ਲਿਖਿਆ। ਮੇਰਾ ਸਿਲੈਕਸ਼ਨ ਹੋ ਗਿਆ ਸੀ ਬਿਟਸ ਪਿਲਾਨੀ 'ਚ, NDA 'ਚ, ਔਰ ਇੱਕ TS ਰਾਜਿੰਦਰਾ ਹੁੰਦੀ ਸੀ ਮਰਚੈਂਟ ਨੇਵੀ ਦੀ। ਪਰ ਫਿਰ ਮੈਂ ਸੋਚਿਆ NDA ਜਾਂਦਾ ਤੇ ਮੈਂ NDA 'ਚ ਆ ਗਿਆ। ਵੈਸੇ ਜੀ ਮੈਂ 0 ਜਨਰੇਸ਼ਨ ਫੌਜੀ ਹਾਂ, ਮੇਰਾ ਨਾ ਕੋਈ ਪਿੱਛੋਂ ਫੌਜ 'ਚ ਹੈ ਨਾ ਹਾਲੇ ਕੋਈ ਮੇਰੇ ਬੱਚੇ ਗਏ, ਪਰ ਮੈਨੂੰ ਲੱਗਿਆ ਮੇਰੇ ਫਾਦਰ ਸਾਹਿਬ ਨੇ ਬੋਲਿਆ ਚੰਗੀ ਐਜੂਕੇਸ਼ਨ ਦਿਓ ਤੇ ਮੈਂ ਫੌਜ 'ਚ ਆ ਗਿਆ ਜੀ, NDA ਚਲਾ ਗਿਆ। ਪਰ ਸਰ ਉਹ ਇਨਸਪੀਰੇਸ਼ਨ ਕੀ ਸੀ ਜਿਹਨੇ ਇਨਸਪਾਇਰ ਕਰਤਾ ਕਿ ਮੈਂ ਹਾਂ ਫੌਜ 'ਚ ਜਾਣਾ? ਇੱਕ ਤਾਂ ਸੈਨਿਕ ਸਕੂਲ ਦੀ ਪੜ੍ਹਾਈ ਸੀ ਜੀ, ਤੇ ਇੱਕ ਉਸ ਟਾਈਮ ਤੇ ਨਾ ਮੁਲਕ ਵਿੱਚ ਵੀ 62, 65, 71 ਦੀ ਲੜਾਈਆਂ, ਉਹਨਾਂ ਦੇ ਕਿੱਸੇ ਤੇ ਜੋਸ਼ ਹੁੰਦਾ ਸੀ, ਜੈ ਜਵਾਨ ਜੈ ਕਿਸਾਨ। ਅਸੀਂ ਕਾਸ਼ਤਕਾਰ ਵੀ ਸੀ ਪਿੱਛੋਂ, ਤੇ ਉਹਨਾਂ ਚੀਜ਼ਾਂ ਦਾ ਸਾਰਿਆਂ ਦਾ ਅਸਰ ਪਿਆ ਤੇ ਮੈਂ NDA ਚਲਾ ਗਿਆ ਜੀ। NDA ਮੈਂ ਟ੍ਰੇਨਿੰਗ ਲਿੱਤੀ ਪੂਨਾ 3 ਸਾਲ, ਫਿਰ ਮੈਂ IMA ਚਲਾ ਗਿਆ। ਉੱਥੋਂ ਮੈਂ ਆਰਮਡ ਕੋਰ ਇਸ ਕਮਿਸ਼ਨ ਹੋ ਗਿਆ ਜੀ, ਤੇ ਟੈਂਕਾਂ ਦੀ ਕੋਰ ਹੁੰਦੀ ਹੈ ਆਰਮਡ ਕੋਰ, ਤੇ ਮੈਂ ਬੜੀ ਤਰ੍ਹਾਂ ਦੇ ਟੈਂਕਾਂ ਤੇ ਨੌਕਰੀ ਕੀਤੀ ਹੈ। ਤੁਹਾਨੂੰ ਉਹਨਾਂ ਦੇ ਮਾਡਲ ਵੀ ਦਿਖਾਵਾਂਗੇ, ਤੁਸੀਂ ਸਾਰੇ ਜਿਹੜੇ ਲਿਸਨਰ ਸ਼ਰੋਤਾ ਹੈਗੇ ਉਹਨਾਂ ਨੂੰ ਦਿਖਾਇਓ। ਤੇ ਸਾਰੇ ਤੁਸੀਂ ਡਿਸਾਈਡ ਸੈਨਿਕ ਸਕੂਲ 'ਚ ਹੀ ਕਰ ਲਿਆ ਸੀ ਕਿ ਹਾਂ ਮੈਂ ਆਰਮੀ 'ਚ ਜਾਣਾ ਹਾਂ? ਹਾਂ ਜੀ,
ਮੈਂ ਉੱਥੇ ਹੀ ਉਹ ਫੈਸਲਾ ਕਰ ਲਿਆ ਸੀ। ਹਾਂ ਜੀ, ਉਹ ਬੜਾ ਕੰਪੀਟੀਸ਼ਨ ਹੁੰਦਾ ਹੈ। ਫੌਜ ਜਾਣਾ ਇੰਨਾ ਆਸਾਨ ਨਹੀਂ ਹੈ। ਹਾਂ, ਪਹਿਲੇ ਤਾਂ ਰਿਟਨ ਐਗਜ਼ਾਮ ਹੁੰਦੇ ਹੈ, ਫਿਰ SSB ਹੁੰਦੀ ਹੈ, ਮੈਡੀਕਲ ਹੁੰਦਾ ਹੈ। ਪਰ ਉਹ ਚੋਇਸ ਲੈ ਲਿੱਤੀ ਸੀ। ਦੂਜੀ ਵੀ ਚੋਇਸ ਸੀਗੀ, ਬਿਟਸ ਪਿਲਾਨੀ ਵੀ ਸੀਗੀ, TS ਰਾਜਿੰਦਰਾ ਵੀ ਸੀਗੀ, ਪਰ ਫਿਰ ਮੈਂ ਚੋਣ ਕੀਤੀ ਜੀ, ਮੈਂ ਤਾਂ NDA ਜਾਵਾਂਗਾ ਜੀ। ਤੇ ਫੈਮਿਲੀ ਦਾ ਰਿਐਕਸ਼ਨ ਕੀ ਸੀ ਜਦੋਂ ਤੁਸੀਂ ਕਿਹਾ ਹਾਂ ਮੈਂ ਫੌਜ 'ਚ ਜਾਣਾ ਹੈ? ਫੈਮਿਲੀ ਦਾ ਰਿਐਕਸ਼ਨ, ਸਾਡੇ ਫਾਦਰ ਸਾਹਿਬ ਬਾਰਡਰ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ, ਗੰਗਾ ਨਗਰ ਦੇ। ਉਹ ਪਾਰਟੀਸ਼ਨ ਤੇ ਉਹ ਚਕਵਾਲ ਵਿੱਚ ਸੀਗੇ, ਜਿਹੜਾ ਪਾਕਿਸਤਾਨ ਵਿੱਚ ਕਟਸ ਰਾਜ ਟੈਂਪਲ ਦੇ ਨਾਲ ਹੀ ਹੈ ਚਕਵਾਲ, ਤੇ ਉੱਥੇ ਦੇ ਰਹਿਣ ਵਾਲੇ ਸੀ। ਤੇ ਉਹ ਜਦ 7ਵੀਂ ਕਲਾਸ ਵਿੱਚ ਹੁੰਦੇ ਸੀ, ਉਹਨਾਂ ਦਾ ਪਿੰਡ ਸਾਰਾ ਘਿਰ ਗਿਆ ਸੀ। ਉਹ ਬੰਦਿਆਂ ਨੇ ਆ ਕੇ ਘੇਰ ਲਿਆ ਸੀ, ਕਹਿੰਦੇ ਜੀ ਤੁਹਾਨੂੰ ਮਾਰਾਂਗੇ। ਤੇ ਉਸ ਟਾਈਮ ਤੇ ਸਿੱਖ ਲਾਈਟ ਇਨਫੈਂਟਰੀ ਦੀ ਟੁਕੜੀ ਨੇ ਆ ਕੇ ਉਹਨਾਂ ਨੂੰ ਬਚਾਇਆ ਸੀ। ਅੱਛਾ, ਉਸ ਪਰਿਵਾਰ ਵਿੱਚ, ਮੇਰੇ ਦਾਦਾ ਜੀ ਦੇ ਪਰਿਵਾਰ ਵਿੱਚ, ਉਹ 7ਵੀਂ ਕਲਾਸ ਦਾ ਮੁੰਡਾ ਹੀ ਮੇਰੇ ਫਾਦਰ ਸਾਹਿਬ ਸਾਰਿਆਂ ਤੋਂ ਵੱਡੇ ਸੀ। ਬਾਕੀ ਉਹਨਾਂ ਦੀ ਭੈਣਾਂ ਸੀਗੀਆਂ ਤੇ ਹੋਰ ਪਿੰਡ ਦੇ ਦੂਜੇ ਬੰਦੇ ਸੀ, ਉਹ ਬਜ਼ੁਰਗ ਸੀ। ਉਹਨਾਂ ਦੇ ਨਾਲ ਮਿਲ ਕੇ ਉਹ ਸਾਰੇ ਬਚਾਏ ਗਏ। ਤੇ ਉਹਨਾਂ ਦੇ ਮਨ 'ਚ ਛਾਪ ਤਾਂ ਸੀਗੀ ਕਿ ਫੌਜ ਨੇ ਉਹਨਾਂ ਦੀ ਜ਼ਿੰਦਗੀ ਬਚਾਈ ਹੈ। ਤਾਂ ਫੌਜ ਦਾ ਕਰਜ਼ਾ ਸੀਗਾ ਕਿਤੇ, ਜਿਹੜਾ ਮੇਰੇ ਥਰੂ ਉਹਨਾਂ ਨੇ ਪੂਰਾ ਕੀਤਾ ਜੀ। ਤੇ ਮੈਨੂੰ ਇਸ ਚੀਜ਼ ਦਾ ਬੜਾ, ਦੇਖੋ ਜੀ, ਮੈਂ ਪਿੰਡ ਦਾ ਬੰਦਾ ਸੀ, ਹਿੰਦੀ ਮੀਡੀਅਮ ਸਕੂਲ ਦਾ ਬੰਦਾ ਸੀ। ਫੌਜ ਨੇ ਇੰਨਾ ਮੈਨੂੰ ਸ਼ੇਪ ਕੀਤਾ। ਇੰਡੀਆ ਦੀ ਡਿਫਿਕਲਟ ਜਗ੍ਹਾ ਤੇ, ਨਾਗਾਲੈਂਡ, ਮਨੀਪੁਰ, ਮੈਂ ਉੱਥੇ ਨੌਕਰੀ ਕੀਤੀ ਜੀ। ਪੰਜਾਬ ਵਿੱਚ ਕੀਤੀ। ਮੇਰੇ ਕੋਲ ਜੰਮੂ ਦਾ ਵੀ ਚਾਰ ਸੀਗਾ, ਜੰਮੂ, ਕਠੂਆ, ਸਾਂਬਾ ਦਾ। ਪੰਜਾਬ ਵਿੱਚ ਵੀ ਜਦ ਅੱਤਵਾਦ ਸੀ ਤਾਂ ਵੀ ਮੈਂ ਉਹਦੇ ਸ਼ਾਮਿਲ ਸੀਗਾ, ਉਹਦੇ ਖਿਲਾਫ। ਤੇ ਉਸ ਤੋਂ ਇਲਾਵਾ ਮੈਨੂੰ UN ਜਾਣੇ ਦਾ ਮੌਕਾ ਮਿਲਿਆ। ਹਾਂ, ਤੁਸੀਂ ਗਏ ਅੰਗੋਲਾ ਤੇ ਵਗੈਰਾ। ਅੰਗੋਲਾ 'ਚ ਮੈਂ ਨੌਕਰੀ ਕੀਤੀ, ਜਿਹੜਾ ਕਿ ਬੜਾ ਚੈਲੰਜਿੰਗ ਨੌਕਰੀ ਸੀ ਕਿਉਂਕਿ ਅੰਗੋਲਾ ਵਿੱਚ ਨਾ ਜੀ ਸ਼ਾਂਤੀ ਤਾਂ ਹੋਈ ਸੀ, ਸਮਝੌਤਾ ਹੋਇਆ ਸੀ, ਪਰ ਪੂਰਾ ਸਮਝੌਤਾ ਨਹੀਂ ਹੋਇਆ ਸੀ। ਤੇ ਇੱਕ ਸਾਡੀ ਜਿਹੜੀ ਮਿਸ਼ਨ ਸੀ UN ਦੀ, ਉਹ ਆਪਣੇ ਟਾਈਮ ਤੋਂ ਅੱਗੇ ਸੀਗੀ, ਕਿਉਂਕਿ ਅੱਜ ਕੱਲ੍ਹ ਤਾਂ ਫੌਜਾਂ ਜਾਂਦੀਆਂ ਨੇ। ਅਸੀਂ ਫੌਜ ਨਹੀਂ ਲੈ ਕੇ ਗਏ ਸੀ, ਅਸੀਂ ਆਬਜ਼ਰਵਰ ਗਏ ਸੀ। ਤੇ ਛੋਟੀ ਛੋਟੀ ਟੀਮਾਂ 'ਚ ਰਹਿੰਦੇ ਸੀ। ਇਹ ਜੀ ਥਾਂ ਤੇ ਜਿੱਥੇ ਕਿ ਪਾਣੀ ਵੀ ਹੈਲੀਕਾਪਟਰ ਤੇ ਆਉਂਦਾ ਸੀ। ਤੇ ਮਤਲਬ ਜੰਗਲ ਵਿੱਚ ਰਹਿੰਦੇ ਸੀ ਪੂਰੀ ਤਰੀਕੇ ਨਾਲ। ਫਿਰ ਮੈਂ ਬਾਅਦ ਵਿੱਚ, ਮੇਰਾ ਪੋਸਟਿੰਗ ਹੈੱਡਕੁਆਟਰ 'ਚ ਹੋ ਗਿਆ ਸੀ, ਤੇ ਉੱਥੇ ਨਾ ਲੜਾਈ ਸ਼ੁਰੂ ਹੋ ਗਈ। ਤੇ ਉਸ ਟਾਈਮ ਤੇ ਸਾਡੇ ਹੈੱਡਕੁਆਟਰ ਦੇ ਸਾਰੇ ਜਿਹੜੇ ਸੀਨੀਅਰ ਅਫਸਰ ਸੀ, ਉਹ ਜਾ ਕੇ ਐਮਬੈਸੀ 'ਚ ਚਲੇ ਗਏ। ਡਿਫਰੈਂਟ ਕੰਟਰੀਜ਼ ਦੇ ਸੀਗੇ, ਮੈਂ ਕੰਟਰੀਜ਼ ਦੇ ਨਾਮ ਤਾਂ ਨਹੀਂ ਲੈਣਾ ਚਾਹੁੰਦਾ, ਪਰ ਉਹ ਸਾਰੇ ਚਲੇ ਗਏ। ਅੱਛਾ ਜੀ, ਮੈਂ ਸਿਰਫ ਮੇਜਰ ਸੀਗਾ, ਪਰ ਮੈਂ ਆਪਰੇਸ਼ਨਸ ਦਾ ਮੁਖੀਆ ਸੀਗਾ। ਤੇ ਸਾਰੇ ਬੰਦੇ ਮੈਨੂੰ ਆ ਕੇ ਪੁੱਛਦੇ ਸੀ। ਤੇ ਤੁਸੀਂ ਮੰਨੋਗੇ ਨਹੀਂ, 10-15 ਦਿਨ ਤੱਕ ਉਸ ਕੈਂਪ ਵਿੱਚ ਜਿੰਨੇ ਵੀ ਬੰਦੇ ਸੀ, ਉਹ ਸਾਰੇ ਹੁਕਮ ਮੇਰੇ ਤੋਂ ਲੈਂਦੇ ਸੀ। ਹਾਲਾਂਕਿ ਸਾਡਾ ਚੀਫ ਮੇਜਰ ਜਨਰਲ ਸੀ, ਉਸ ਦੇ ਉੱਤੇ ਪੋਲੀਟੀਕਲ ਬੌਸ ਸੀਗਾ। ਤੇ ਰੱਬ ਨੇ ਇੰਨਾ ਚੰਗਾ ਮੌਕਾ ਦਿੱਤਾ ਕਿ ਮੈਂ ਇੰਟਰਨੈਸ਼ਨਲ এনवायरमेंट ਵਿੱਚ, ਜਿੱਥੇ 52 ਕੰਟਰੀਜ਼ ਦੇ ਲੋਕ ਸੀਗੇ, ਇੰਡੀਅਨ ਆਰਮੀ ਦੀ ਟ੍ਰੇਨਿੰਗ ਬਹੁਤ ਆਲਾ ਦਰਜੇ ਦੀ ਹੈ ਜੀ, ਕਿ ਤੁਸੀਂ ਕਿਹੜੀ ਵੀ ਮੁਸ਼ਕਲ ਆ ਜਾਏ, ਤੁਹਾਨੂੰ ਸਿਖਾਇਆ ਇਸ ਤਰੀਕੇ ਨਾਲ ਜਾਂਦਾ ਹੈ। ਤੇ ਬਾਅਦ ਵਿੱਚ ਜਦ ਉੱਥੇ ਹਾਲਾਤ ਠੀਕ ਹੋਏ, ਤੇ ਸਾਰੇ ਬੰਦਿਆਂ ਨੇ ਡਿਮਾਂਡ ਕੀਤੀ ਕਿ ਬਈ ਇਹ ਮੇਜਰ KJ ਸਿੰਘ ਨੂੰ ਹੀ ਸਾਡੇ ਸਿਕਿਉਰਿਟੀ ਦਾ ਇੰਚਾਰਜ ਲਾਓ, ਕਿਉਂਕਿ ਇਹਨਾਂ ਦੀ ਸਮਝ ਕਾਫੀ ਹੈਗੀ। ਤੇ ਥੋੜੀ ਰਿਸਕ ਵੀ ਲੈਣੀ ਪਈ। ਉੱਥੇ ਜੀ ਮੈਂ ਇੱਕ ਥਾਂ ਤੇ ਜਾ ਰਿਹਾ ਸੀ ਹੈਲੀਕਾਪਟਰ ਤੇ ਪੂਰਾ ਕੋਆਰਡੀਨੇਸ਼ਨ ਸੀਗਾ, ਸਫੇਦ ਰੰਗ ਦਾ ਹੈਲੀਕਾਪਟਰ ਸੀਗਾ, UN ਦੀ ਮਾਰਕਿੰਗ ਸੀ, ਸਾਰੇ ਕਮਿਊਨੀਕੇਸ਼ਨ ਹੋਏ ਸੀ। ਪਰ ਜਦ ਹੈਲੀਕਾਪਟਰ ਲੈਂਡਿੰਗ ਤੇ ਜਾ ਰਿਹਾ ਸੀ ਕਸੀਟੋ 'ਚ, ਤੇ ਉਹਨਾਂ ਨੇ ਫਾਇਰ ਖੋਲ੍ਹਤਾ ਜੀ। ਤੇ ਰਾਕਟ ਲਾਂਚਰ ਦਾ ਗੋਲਾ ਆ ਕੇ ਸਾਡੇ ਹੈਲੀਕਾਪਟਰ ਤੇ ਵੱਜਿਆ, ਗ੍ਰੇਜ਼ ਹੋਇਆ। ਜਿਹੜਾ ਮਸ਼ੀਨ ਗਨ ਦਾ ਫਾਇਰ ਸੀ, ਉਹਨੇ ਕਾਕਪਿਟ ਨੂੰ ਤੋੜਤਾ। ਪਾਇਲਟ ਹਿੱਟ ਹੋਇਆ ਇੱਕ। ਦੂਜੇ ਪਾਇਲਟ ਵਿੱਚ ਨਾ ਅਫਗਾਨਿਸਤਾਨ ਦੀ ਲੜਾਈ ਉਹਨਾਂ ਨੇ ਲੜੀ ਹੋਈ ਸੀ, ਰਸ਼ੀਅਨ ਪਾਇਲਟ ਸੀ, ਉਸਨੇ ਪੁੱਲ ਆਊਟ ਕਰ ਲਿਆ। ਅੱਛਾ, ਮੈਂ ਉਹਨਾਂ ਦੋਨਾਂ ਪਾਇਲਟ ਦੇ ਵਿੱਚ ਖੜੇ ਸੀ। ਤੇ ਉੱਥੇ ਨਾ UN ਵਿੱਚ ਨੌਕਰੀ ਕਰਨਾ ਮੁਸ਼ਕਲ ਇਸ ਕਰਕੇ ਵੀ ਹੁੰਦਾ ਹੈ, ਲੈਂਗੁਏਜ ਦੀ ਵੀ ਪ੍ਰੋਬਲਮ ਹੁੰਦੀ ਹੈ। ਹਾਂ, ਏਲੀਅਨ ਲੈਂਡ ਹੈ, ਤੁਸੀਂ ਜਾ ਕੇ ਥੋੜੀ ਟਾਈਮ। ਉੱਥੇ ਉਹ ਰਸ਼ੀਅਨ ਸੀ, ਉਹਨਾਂ ਨੂੰ ਜ਼ਿਆਦਾ ਅੰਗਰੇਜ਼ੀ ਨਹੀਂ ਆਉਂਦੀ ਸੀ, ਸਾਨੂੰ ਰਸ਼ੀਅਨ ਨਹੀਂ ਆਉਂਦੀ ਸੀ। ਪਰ ਅਸੀਂ ਉਹਨਾਂ ਨੂੰ ਸਮਝਾਇਆ ਕਿ ਕੈਪੀਟਲ, ਤੇ ਉਹ ਕੈਪੀਟਲ ਦੀ ਤਰਫ ਉਹਨਾਂ ਨੇ ਜਹਾਜ਼ ਕੱਢ ਲਿਆ। ਤੇ ਅਸੀਂ ਬਚ ਗਏ ਸਾਰੇ।
ਪਰ ਸਾਰਿਆਂ ਤੋਂ ਜ਼ਿਆਦਾ ਮਜ਼ੇਦਾਰ ਗੱਲ ਇਹ ਹੋਈ ਕਿ ਅਸੀਂ ਦੁਬਾਰਾ ਗਏ ਉੱਥੇ, ਕਿਉਂਕਿ ਜਾਣਾ ਤਾਂ ਸੀਗਾ, ਸਾਡੇ UN ਦੇ ਵਰਕਰ ਉੱਥੇ ਸਟੈਂਡਰਡ ਸੀਗੇ, ਉਹ ਹਿੰਮਤ ਵੀ ਕਰਨੀ ਹੁੰਦੀ ਹੈ। ਪਰ ਅਸੀਂ ਫਿਰ ਸ਼ਰਤਾਂ ਰੱਖੀਆਂ। ਅਸੀਂ ਕਿਹਾ ਜੀ ਤੁਸੀਂ 10 ਦਿਨ ਤੱਕ ਆਪਣੇ ਰੇਡੀਓ ਤੇ ਅਨਾਉਂਸ ਕਰੋਗੇ। ਉਹਨਾਂ ਨੇ ਮਾਫੀ ਮੰਗੀ, ਉਹਨਾਂ ਨੇ ਕਿਹਾ ਜੀ ਸਾਰੇ ਅੱਤਵਾਦੀ ਸਾਡੇ ਕੰਟਰੋਲ ਵਿੱਚ ਨਹੀਂ ਹੁੰਦੇ, ਕੋਈ ਇਹ ਜਿਹੇ ਧੜੇ ਵੀ ਹੁੰਦੇ ਆ ਜਿਹੜੇ ਗਲਤੀ ਨਾਲ ਚਲਾਤੀ ਉਹਨਾਂ ਨੇ ਗੋਲੀਆਂ। ਫਿਰ ਅਸੀਂ ਕਿਹਾ ਕਿ ਸਾਨੂੰ ਪਤਾ ਸੀ ਉਹਨਾਂ ਦਾ ਇੱਕ ਬੰਦਾ ਸੀ ਜਿਹਨੇ ਮੇਰੇ ਨਾਲ ਨੌਕਰੀ ਕੀਤੀ ਸੀ ਪਹਿਲੇ ਜਦ ਮੈਂ ਅੰਗੋਲਾ ਸੀਗਾ, ਉਹ ਗੋਆ 'ਚ ਰਿਹਾ ਸੀ, ਉਹਦਾ ਨਾਮ ਸੀ ਬੂਲਾ ਮਤਾਡੀ, ਮੈਨੂੰ ਹਾਲੇ ਵੀ ਯਾਦ ਹੈ। ਤੇ ਮੈਂ ਬੂਲਾ ਮਤਾਡੀ ਨੂੰ ਮਨਾਇਆ ਕਿ ਉਹ ਉਹਨਾਂ ਦਾ ਨੰਬਰ 2 ਸੀਗਾ। ਮੈਂ ਕਿਹਾ ਜੀ ਤੁਸੀਂ ਵਿੱਚ ਖੜੇ ਹੋ ਤੇ ਰੇਡੀਓ ਤੇ ਪਾਓ ਕਿ ਬਈ ਇਹ ਹੈਲੀਕਾਪਟਰ ਆ ਰਿਹਾ ਤੇ ਬੂਲਾ ਮਤਾੜੀ ਦੇ 'ਚ ਖੜਿਆ। ਤੇ ਬੂਲਾ ਮਤਾੜੀ ਜੀ ਖੜੇ ਹੋਏ ਜੀ, ਬੜੇ ਚੰਗੇ ਉਹ ਸੱਜਣ ਸੀ, ਉਹ ਸਾਡੇ ਨਾਲ ਗਏ, ਅਸੀਂ ਦੁਬਾਰਾ ਗਏ। ਫਿਰ ਤਾਂ ਲੈਂਡਿੰਗ ਠੀਕ ਹੋਈ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਸੀਗਾ। ਤੇ ਅਸੀਂ ਉਹ ਜਿਹੜੇ ਸਾਡੇ ਵਰਕਰ ਸਿੱਖ ਸੀਗੇ, ਇੱਕ ਲੇਡੀ ਪ੍ਰੈਗਨੈਂਟ ਸੀ, ਉਹਨਾਂ ਨੂੰ ਬਾਹਰ ਲੈ ਕੇ ਆਏ। ਤੇ ਇਸ ਤਰ੍ਹਾਂ ਦੇ ਚੈਲੰਜਸ ਤੇ ਲਾਈਫ ਵਿੱਚ ਆਉਂਦੇ ਰਹਿੰਦੇ। हाँ, वो कितना टफ सीगा। UN पीस कीपिंग सानू पता है कि फोर्सेस जो ਜਾਂਦੀਆਂ ਨੇ बहुत चैलेंजेस ਹੁੰਦੇ, लेकिन बड़े क्रिटिकल एरियास ਤੁਸੀਂ ਕੰਮ ਕੀਤਾ ਮਨੀਪੁਰ ਦੇ ਵਿੱਚ। ਮੈਂ ਤੁਹਾਨੂੰ ਨਾਗਾਲੈਂਡ ਮਨੀਪੁਰ ਦਾ ਦੱਸਦਾ। ਕਿੰਨਾ ਟਫ ਸੀ ਸਰ? ਟਫ ਉਸ ਟਾਈਮ ਤੇ ਬਹੁਤ ਸੀਗਾ, ਇਹ ਨਹੀਂ ਸੀਗਾ ਕਿਉਂਕਿ ਉਸ ਟਾਈਮ ਤੇ ਹੁਣ ਤਾਂ ਟ੍ਰੀਟੀ ਹੋ ਗਈ ਹੈ, ਹੁਣ ਤਾਂ ਐਗਰੀਮੈਂਟ ਹੋ ਗਿਆ। ਉਸ ਟਾਈਮ ਤੇ ਇਹ ਜਿਹਾ ਸਮਝੌਤਾ ਨਹੀਂ ਹੋਇਆ ਸੀ ਤੇ ਐਂਬੂਸ਼ ਵੀ ਹੁੰਦੇ ਸੀ। ਇੱਕ ਐਂਬੂਸ਼ ਵਿੱਚ ਮੈਨੂੰ ਯਾਦ ਹੈ ਸਾਡੇ 10 ਮੁੰਡੇ ਮਾਰਤੇ ਸੀ ਉਹਨਾਂ ਨੇ ਤੇ ਬਹੁਤ ਗੁੱਸਾ ਵੀ ਆਉਂਦਾ ਸੀ, ਉਹਨੂੰ ਕੰਟਰੋਲ ਵੀ ਕਰਨਾ ਪੈਂਦਾ ਸੀ। ਪਰ ਉੱਥੇ ਵੀ ਜੀ ਮੇਰੇ ਨਾਲ ਇੱਕ ਬੜਾ ਰੱਬ ਨੇ ਇੱਕ ਬੜਾ ਅਜੀਬ ਚੈਲੰਜ ਮੈਨੂੰ ਪੇਸ਼ ਕੀਤਾ। ਮੈਂ ਇਹ ਜੀ ਡਿਵੀਜ਼ਨ ਸੀਗਾ ਜਿਹਦੇ 'ਚ ਇੱਕ ਮੁਖੀਆ ਸੀ ਮੇਜਰ ਜਨਰਲ ਤੇ ਡਿਪਟੀ ਨਹੀਂ ਸੀਗਾ, ਪੋਸਟਡ ਹੀ ਨਹੀਂ ਸੀਗਾ, ਆਥੋਰਾਈਜ਼ ਵੀ ਨਹੀਂ ਸੀਗਾ। ਤੇ 3rd ਨੰਬਰ ਮੇਰਾ ਆਂਦਾ ਸੀਗਾ, ਮੈਂ ਕਰਨਲ ਸੀਗਾ। ਤੇ ਮੇਰੇ ਜਿਹੜੇ ਮੇਜਰ ਜਨਰਲ ਸਾਹਿਬ ਸੀਗੇ ਉਹ ਅਟੈਚ ਹੋ ਕਿਸੇ ਡਿਸਪਲਿਨਰੀ ਕੇਸ ਦੇ ਤਹਿਤ ਉਹਨਾਂ ਨੂੰ ਜਾਣਾ ਸੀ ਤਾਂ ਉਹ ਚਲੇ ਗਏ। ਤੇ ਜੀ 1 ਸਾਲ ਤੱਕ ਲਗਭਗ ਮੈਨੂੰ ਐਜ਼ ਅ ਕਰਨਲ ਮੌਕਾ ਮਿਲਿਆ ਕਿ ਮੈਂ ਡਿਵੀਜ਼ਨ ਨੂੰ ਮੈਨੇਜ ਕਰਾਂ ਤੇ ਬਹੁਤ ਚੰਗਾ ਐਕਸਪੀਰੀਅੰਸ ਮਿਲਿਆ, ਬਹੁਤ ਅੱਛੀ ਚੈਲੰਜਸ ਸੀਗੇ। ਔਰ ਹੁਣ ਨਾਗਾਲੈਂਡ ਮਨੀਪੁਰ ਵਿੱਚ ਸ਼ਾਂਤੀ ਹੈ, ਉਮੀਦ ਕਰਦੇ ਆ ਕਿਉਂਕਿ ਉੱਥੇ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਤੇ ਗਵਰਨਮੈਂਟ ਦੀ ਬਾਤਚੀਤ ਚੱਲ ਰਹੀ ਹੈ। ਤੇ ਮੇਰੀ ਤਾਂ ਬਹੁਤ ਉਮੀਦ ਹੈ, ਰੱਬ ਨਾਲ ਅਰਦਾਸ ਵੀ ਹੈ ਕਿ ਉੱਥੇ ਸ਼ਾਂਤੀ ਆਏ। ਸ਼ਾਂਤੀ ਆਏਗੀ ਤਾਂ ਫਿਰ ਕੀ ਹੋਏਗਾ, ਮੈਨੂੰ ਇਹ ਲੱਗਦਾ ਹੈ ਕਿ ਇੱਕ ਵਾਰੀ ਨਾਗਾਲੈਂਡ ਵਿੱਚ ਸ਼ਾਂਤੀ ਹੋਗੀ ਤੇ ਪੂਰਾ ਨਾਰਥ ਈਸਟ ਸ਼ਾਂਤ ਹੋ ਜਾਏਗਾ। ਉਸ ਤੇ ਫਿਰ ਆਪਾਂ ਸਾਰਾ ਜ਼ੋਰ ਕਸ਼ਮੀਰ ਤੇ ਲਾ ਸਕਦੇ ਹਾਂ, ਉਹ ਵੀ ਕਰ ਸਕਦੇ ਹਾਂ। ਸਰ ਕਸ਼ਮੀਰ ਦੀ ਪ੍ਰੋਬਲਮ ਕਿੰਨੀ ਸੀਰੀਅਸ ਮੰਨਦੇ ਹੋ ਤੁਸੀਂ? ਔਰ ਤੁਸੀਂ ਜੰਮੂ ਰੀਜਨ ਨੂੰ ਵੀ ਹੈਡ ਕੀਤਾ ਕੁਝ ਟਾਈਮ, ਕੋਈ ਹੈ ਸੋਲੂਸ਼ਨ ਨਜ਼ਰ ਆਉਂਦਾ ਨੇੜੇ? ਪਹਿਲੇ ਤਾਂ ਮੈਂ ਤੁਹਾਨੂੰ ਜੰਮੂ ਰੀਜਨ ਦਾ ਦੱਸਦਾ, ਫਿਰ ਕਸ਼ਮੀਰ ਦਾ ਦੱਸਦਾ। ਜਦ ਮੈਂ ਵੈਸਟਰਨ ਆਰਮੀ ਕਮਾਂਡਰ ਸੀ ਤੇ ਪਾਕਿਸਤਾਨ ਨੇ ਇੱਕ ਬੜੀ ਨਾਪਾਕ ਜੀ ਕੋਸ਼ਿਸ਼ ਕੀਤੀ ਕਿ ਜਿਹੜਾ ਇਹ ਟੈਰਰਿਜ਼ਮ ਹੈ ਇਹਨੂੰ ਵੈਲੀ ਤੋਂ ਬਾਹਰ ਲਿਜਾ ਕੇ ਜੰਮੂ, ਕਠੂਆ, ਸਾਂਬਾ ਇਸ ਇਲਾਕੇ 'ਚ ਫੈਲਾਇਆ ਜਾਏ। ਤੇ ਤੁਹਾਨੂੰ ਯਾਦ ਹੋਏਗਾ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੋਏਗਾ, ਟੀਵੀ ਤੇ ਦੇਖਿਆ ਵੀ ਹੋਏਗਾ ਕਿ ਉਹਨਾਂ ਦੇ ਅੱਤਵਾਦੀਆਂ ਨੇ ਸਾਂਬਾ 'ਚ ਅਟੈਕ ਕੀਤਾ ਸੀ, ਕਠੂਆ 'ਚ ਅਟੈਕ ਕੀਤਾ ਸੀ, ਆਰਾਮਬਾਗ ਵਿੱਚ, ਆਰਨੀਆ 'ਚ ਅਟੈਕ ਕੀਤਾ ਸੀ। ਉਸ ਤੋਂ ਇਲਾਵਾ ਉਹਨਾਂ ਨੇ ਇੰਨੀ ਵੀ ਹਿਮਾਕਤ ਕੀਤੀ ਕਿ ਦੀਨਾਨਗਰ 'ਚ ਵੀ ਅਟੈਕ ਕੀਤਾ, ਪੁਲਿਸ ਸਟੇਸ਼ਨ ਦੇ ਹਾਂ ਜੀ, ਪੁਲਿਸ ਸਟੇਸ਼ਨ ਤੇ ਬਾਅਦ ਵਿੱਚ ਪਠਾਨਕੋਟ ਤੇ ਵੀ ਕੀਤਾ। ਹਾਂ, ਤੇ ਇਹ ਬੜੇ ਮੁਸ਼ਕਿਲ ਹਾਲਾਤ ਸੀ ਕਿਉਂਕਿ ਅਸੀਂ ਉੱਥੇ ਅੱਤਵਾਦ ਨੂੰ ਲੜਨ ਵਾਸਤੇ ਇੰਨੇ ਤਿਆਰ ਨਹੀਂ ਸੀ, ਕਿਉਂਕਿ ਫਿਰ ਵੀ ਅਸੀਂ ਉਹਨੂੰ ਡਿਜ਼ਾਈਨ ਕੀਤਾ। ਅਸੀਂ ਹੁਣ ਜਦ ਤੋਂ, ਹਾਲਾਂਕਿ ਮੈਂ ਉਹ ਚੈਲੰਜ ਫੇਸ ਕੀਤਾ, ਪਰ ਹੁਣ ਪਿਛਲੇ 2 ਸਾਲਾਂ ਤੋਂ ਕੋਈ ਅਟੈਕ ਉਸ ਏਰੀਆ 'ਚ ਨਹੀਂ ਹੋਇਆ। ਸਿਰਫ ਹੋਇਆ ਤੇ ਫਿਰ ਉਹ ਨਗਰੋਟੇ 'ਚ ਹੋਇਆ ਜਾਂ ਸੰਜੂਵਾਨ 'ਚ ਹੋਇਆ, ਪਰ ਕਠੂਆ, ਸਾਂਬਾ, ਪਠਾਨਕੋਟ ਇਹ ਇਲਾਕਾ ਹੁਣ ਮਹਿਫੂਜ਼ ਨਜ਼ਰ ਆਉਂਦਾ ਹੈ। ਤੁਹਾਡਾ ਸਵਾਲ ਇਹ ਵੀ ਸੀਗਾ ਕਿ ਕਸ਼ਮੀਰ ਦਾ ਕੀ ਹੱਲ ਹੈ, ਕੀ ਸੋਲੂਸ਼ਨ ਹੈ। ਕਸ਼ਮੀਰ ਨੂੰ
ਦੇਖੋ ਕਸ਼ਮੀਰ ਪ੍ਰੋਬਲਮ ਦੇ ਕਈ ਪਹਿਲੂ ਹੈ। ਇੱਕ ਪਹਿਲੂ ਤਾਂ ਇਹ ਹੈ ਕਿ ਆਪਾਂ ਕੀ ਕਰਦੇ ਆ, ਇੱਕ ਸਿਕਿਉਰਿਟੀ ਦਾ ਪਹਿਲੂ ਦੇਖਦੇ ਆ, ਕੁਝ ਕਾਨੂੰਨੀ ਪਹਿਲੂ ਹੈ ਤੇ ਕੁਝ ਸਮਾਜਿਕ ਜਿਹੜੇ ਹੁੰਦੇ ਸੋਸ਼ੀਓ ਪੋਲੀਟੀਕਲ, ਸਿਆਸੀ ਤੇ ਸਮਾਜਿਕ ਤੇ ਧਾਰਮਿਕ, ਇਹ ਮੀਰੀ ਪੀਰੀ ਇਹਨਾਂ ਸਾਰਿਆਂ ਦਾ ਮਿਕਸਚਰ ਜਿਹਾ ਹੈ, ਉਹ ਤੀਜਾ ਪਹਿਲੂ। ਤੇ ਤੁਸੀਂ ਹੁਣ ਜਿਹੜਾ ਪਹਿਲਾ ਪਹਿਲੂ ਲੈ ਲਓ ਤੇ ਸਿਕਿਉਰਿਟੀ ਫੋਰਸਿਸ ਕਈ ਵਾਰੀ ਉੱਥੇ ਹਾਲਾਤ ਨੀਅਰ ਨਾਰਮਲ ਕਰ ਦਿੰਦੇ, ਲੇਕਿਨ ਫਿਰ ਅੱਗੇ ਗੱਲ ਨਹੀਂ ਜਾਂਦੀ। ਇਹ ਇੱਕ ਗੱਲ ਹੈ। ਕਾਨੂੰਨੀ ਪਹਿਲੂ ਆਰਟੀਕਲ 370 ਤੇ 35 ਅਲਫਾ ਦਾ ਹੈ, ਜਿਹਦੀ ਖਾਸ ਗੱਲ ਇਹ ਹੈ ਕਿ ਬਈ ਜੰਮੂ ਐਂਡ ਕਸ਼ਮੀਰ ਦੇ ਜਿਹੜੇ ਨਿਯਮ ਹੈਗੇ ਉਹਨਾਂ ਦੀ ਅਸੈਂਬਲੀ ਤੋਂ ਪਹਿਲੇ ਪਾਸ ਹੁੰਦੇ ਆ। ਉੱਥੇ ਤੁਸੀਂ ਕੋਈ ਜ਼ਮੀਨ ਨਹੀਂ ਖਰੀਦ ਸਕਦੇ, ਕੋਈ ਪ੍ਰਾਪਰਟੀ ਦੀ ਮਿਲਕੀਅਤ ਨਹੀਂ ਹਾਸਿਲ ਕਰ ਸਕਦੇ। ਇਹ ਕੁਝ ਕੰਪਲਿਕੇਟਡ ਪਹਿਲੂ ਹੈ, ਇਹਨਾਂ ਦੇ ਬਾਰੇ ਸੋਚ ਵਿਚਾਰ ਕਰਨ ਦੀ ਲੋੜ ਹੈ। ਪਰ ਸਾਰਿਆਂ ਤੋਂ ਜ਼ਿਆਦਾ ਜ਼ੋਰ ਆਪਾਂ ਨੂੰ ਸੋਸ਼ੀਓ ਪੋਲੀਟੀਕਲ ਤੇ ਰਿਲੀਜੀਅਸ ਤੇ ਪਾਉਣਾ ਚਾਹੀਦਾ। ਦੇਖੋ ਜੀ, ਪੁਲਵਾਮਾ ਹੋਇਆ, ਪਾਕਿਸਤਾਨ ਦਾ ਤਾਂ ਹੱਥ ਸੀਗਾ ਹੀ, ਪ੍ਰੋਕਸੀ ਵਾਰ ਤਾਂ ਹੈ ਹੀ, ਪਰ ਆਪਣਾ ਵੀ ਤਾਂ ਅੰਦਰੋਂ ਆਪਾਂ ਪ੍ਰੋਬਲਮ ਨੂੰ ਸੋਲਵ ਕਰਨਾ ਹੈ। ਬਿਲਕੁਲ, ਜਿਹੜੀ ਉਹਨਾਂ ਨੂੰ ਉੱਥੋਂ ਸਪੋਰਟ ਲੋਕਲ ਮਿਲਦੀ ਹੈ ਜਾਂ ਕੋਈ ਉਹ ਖਤਮ ਕਰਨੀ ਹੈ ਆਪਾਂ। ਉਹਨਾਂ ਦੀ ਫਾਈਨੈਂਸ਼ੀਅਲ ਜਿਹੜੀ ਮਾਲੀ ਸਪੋਰਟ ਆ ਰਹੀ ਹੈ, ਜਿਹੜੇ ਉਹਨਾਂ ਦੇ ਵਰਕਰਸ ਹੈਗੇ ਓਵਰਗਰਾਊਂਡ ਸਿੰਪਥੀ ਹੈ, ਜਿਹੜੀ ਸਿੰਪਥੀ ਹੈ ਜੀ। ਧਾਰਮਿਕ ਪਹਿਲੂ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਕੀ ਹੈ, ਕਸ਼ਮੀਰ ਦਾ ਜਿਹੜਾ ਧਰਮ ਸੀ ਉਹ ਬੜਾ ਸੂਫੀ ਜਿਹਾ ਸੀ, ਸੂਫੀਆਨਾ ਧਰਮ ਸੀ, ਕਸ਼ਮੀਰੀਅਤ ਕਹਿੰਦੇ ਸੀ ਉਹਨੂੰ, ਤੇ ਰਿਸ਼ੀ ਧਰਮ ਤੋਂ ਨਿਕਲਿਆ ਹੈ ਨਾ ਜੀ। ਤੇ ਹੁਣ ਕੀ ਹੋ ਗਿਆ ਹੈ ਕਿ ਬੜਾ ਵਹਾਬੀ ਟਾਈਪ ਦਾ ਧਰਮ ਆ ਗਿਆ ਉੱਥੇ। ਉਹਨੂੰ ਠੀਕ ਕਰਨਾ, ਰੋਲ ਬੈਕ ਕਰਨਾ, ਬੱਚਿਆਂ ਦੀ ਤਾਲੀਮ ਸਟੋਨ ਪੈਲਟਿੰਗ ਵਗੈਰਾ ਜਿਹੜੀ ਹੁਣ ਟ੍ਰੈਂਡ ਹੈ, ਮਤਲਬ ਜਿਹੜਾ ਕਿ ਬੜਾ ਮਾੜੀ ਗੱਲ ਹੈ ਵੀ ਫੋਰਸਿਸ ਦੇ ਉੱਤੇ ਸਟੋਨ ਪੈਲਟਿੰਗ ਹੈ। ਇਹ ਉਦੋਂ ਵੀ ਸੀ ਸਰ ਜਦੋਂ ਤੁਸੀਂ ਇਹ ਪਹਿਲੇ ਇੰਨਾ ਨਹੀਂ ਸੀਗਾ, ਇਹ ਪਿਛਲੇ 6-7 ਸਾਲ ਤੋਂ ਹੋਇਆ। ਜਦ ਮੈਂ ਫੌਜ ਸੀਗਾ ਤਾਂ ਸੀਗਾ। ਪਰ ਦੇਖੋ ਜੀ, ਪੱਥਰ ਇੱਕ ਹਥਿਆਰ ਹੈ ਜਿਹਨੂੰ ਉਹ ਸੱਟ ਰਿਹਾ, ਆਪਾਂ ਉਹਨੂੰ ਘਟਾ ਸਕਦੇ ਹਾਂ ਥਰੂ ਉਹਨੂੰ ਪੈਸੇ ਦਿੰਦੇ ਆ ਉਹਨਾਂ ਨੂੰ। ਉਹ ਬੰਦਿਆਂ ਨੂੰ ਡਰੱਗਸ ਵੀ ਦਿੰਦੇ ਆ, ਕਹਿੰਦੇ ਜੀ ਕੋਈ ਦਵਾਈ ਲੈਂਦੇ ਆ ਤਾਂ ਉਹ ਬੰਦਾ ਮਾਰੀ ਜਾਂਦਾ, ਫੈਂਕੀ ਜਾਂਦਾ। ਪਰ ਉਸ ਤੋਂ ਇਲਾਵਾ ਉਸ ਬੰਦੇ ਨੂੰ ਕੋਈ ਚੰਗਾ ਕੰਮ ਦਿੱਤਾ ਜਾਏ, ਕੋਈ ਤਾਲੀਮ ਦਿੱਤੀ ਜਾਏ, ਉਹਦਾ ਮੋਟੀਵੇਸ਼ਨ ਘਟਾਇਆ ਜਾਏ, ਇਹ ਵੀ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ। ਅੱਤਵਾਦ ਦਾ ਹੱਲ ਸਿਰਫ ਸਿਕਿਉਰਿਟੀ ਫੋਰਸਿਸ ਤੇ ਨਹੀਂ ਹੈ, ਕਈ ਹੋਰ ਐਲੀਮੈਂਟਸ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ। ਇਹਨਾਂ ਨੂੰ ਆਪਾਂ ਨੂੰ, ਔਰ ਹਿੰਦੁਸਤਾਨ ਤਾਂ ਇਸ ਵਾਸਤੇ ਮਸ਼ਹੂਰ ਹੈ, ਸਾਰੀ ਦੁਨੀਆ 'ਚ ਇਹ ਗੱਲ ਮੰਨੀ ਜਾਂਦੀ ਹੈ ਕਿ ਆਪਾਂ ਟੈਰਰਿਜ਼ਮ ਦੇ ਖਿਲਾਫ ਹਿੰਦੁਸਤਾਨ ਦੀ ਜਿਹੜੀ ਅਪਰੋਚ ਹੈ ਉਹ ਬਹੁਤ ਹੀ ਚੰਗੀ ਹੈ, ਮਤਲਬ ਦੋਸਤਾਨਾ ਅਪਰੋਚ ਹੈ। ਅਸੀਂ ਉਹਨਾਂ ਬੰਦਿਆਂ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ, ਉਹਨਾਂ ਨੂੰ ਮੇਕ ਓਵਰ ਕਰਨਾ, ਚੇਂਜ ਕਰਨਾ ਚਾਹੁੰਦੇ ਹਾਂ। ਦੇਖੋ ਜੀ, ਪਾਕਿਸਤਾਨ ਵਿੱਚ ਉਹਨਾਂ ਨੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਉੱਥੇ ਖੈਬਰ ਪਖਤੂਨਵਾ ਤੇ ਇਹਨਾਂ ਵਾਲਾ ਬਲੂਚਿਸਤਾਨ, ਇਹਨਾਂ ਇਲਾਕਿਆਂ 'ਚ ਉਹਨਾਂ ਨੇ ਆਪਰੇਸ਼ਨ ਚਲਾਏ। ਏਅਰਫੋਰਸ ਵੀ ਯੂਜ਼ ਕੀਤੀ ਜੀ, ਟੈਂਕ ਵੀ ਯੂਜ਼ ਕੀਤੇ, ਆਰਟਲਰੀ ਵੀ ਯੂਜ਼ ਕੀਤੀ। ਆਪਾਂ ਕਸ਼ਮੀਰ ਦੇ ਅੰਦਰ ਇਹ ਯੂਜ਼ ਨਹੀਂ ਕਰਦੇ, ਆਪਾਂ ਇਹਦਾ ਇਸਤੇਮਾਲ ਨਹੀਂ ਕਰਦੇ, ਛੋਟੇ ਹਥਿਆਰ ਇਸਤੇਮਾਲ ਕਰਦੇ ਆ, ਉਹਨਾਂ ਦੀ ਪ੍ਰਾਪਰਟੀ ਨੂੰ ਡਿਸਟਰੋਏ ਨਹੀਂ ਕਰਦੇ। ਤੇ ਆਪਾਂ ਤਾਂ ਸਾਡਾ ਜਿਹੜਾ ਅਸੂਲ ਹੈ ਉਹਨੂੰ ਕਹਿੰਦੇ ਆ ਆਇਰਨ ਫਿਸਟ ਇਨ ਵੈਲਵਟ ਗਲੋਵ, ਕਿ ਬਈ ਮੁੱਠੀ ਤਾਂ ਫੁਲਾਦੀ ਹੋਏਗੀ ਤੇ ਉਹਦੇ ਉੱਤੇ ਜਿਹੜਾ ਦਸਤਾਨਾ ਪਾਇਆ ਹੋਏਗਾ ਉਹ ਜਿਹੜਾ ਰੇਸ਼ਮੀ ਹੋਏਗਾ। ਤੇ ਆਪਾਂ ਹਰੇਕ ਆਦਮੀ ਨੂੰ ਨਹੀਂ ਮੁੱਕਾ ਮਾਰ ਰਹੇ, ਦੇਖ ਰਹੇ ਹਾਂ ਕਿ ਕੌਣ ਉਹਨਾਂ ਦਾ ਲੀਡਰ ਹੈ, ਕਿਸ ਨੂੰ ਦੇਣ ਦੀ ਜ਼ਰੂਰਤ ਹੈ ਫੋਰਸ। ਬਾਕੀ ਬੰਦਿਆਂ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਹੈ ਉਹ ਫਰੈਂਡਲੀ ਹੈ। ਤੇ ਹਿੰਦੁਸਤਾਨ ਦਾ ਇਹ ਅਸੂਲ ਤਾਂ ਦੁਨੀਆ ਮੰਨਦੀ ਹੈ। ਦੇਖੋ ਜੀ, ਮੈਂ ਕੰਟਰੀ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਰ ਸਾਡੇ ਨੇੜੇ ਦੀ ਇੱਕ ਕੰਟਰੀ ਹੈ
ਉਹਨੇ ਉੱਥੇ ਬਹੁਤ ਵੱਡੀ ਇਨਸਰਜੈਂਸੀ ਸੀ। ਚਲੋ ਮੈਂ ਕਹਿ ਹੀ ਦਿੰਦਾ, ਤਾਮਿਲੀਅਨ ਜਿਹੜੇ ਸੀਗੇ ਉਹਨਾਂ ਨੂੰ ਸ਼੍ਰੀਲੰਕਾ ਨੇ ਬਿਲਕੁਲ ਖਤਮ ਕਰਤਾ ਹੈ ਜੀ, ਟੋਟਲ ਫੋਰਸ ਯੂਜ਼ ਕਰਕੇ। ਆਪਾਂ ਇਹ ਜਿਹਾ ਕੰਮ ਨਹੀਂ ਕਰ ਰਹੇ। ਤੇ ਪਰ ਮੇਰੀ ਇਹ ਉਮੀਦ ਹੈ ਕਿ ਹੁਣ ਤਾਂ ਇਲੈਕਸ਼ਨ ਦਾ ਉਹ ਸੀਗਾ, ਇਲੈਕਸ਼ਨ ਤੋਂ ਬਾਅਦ ਸਰਕਾਰ ਬੈਠੇਗੀ, ਦੂਜੀ ਪਾਰਟੀਆਂ ਵੀ ਬੈਠਣਗੀਆਂ, ਮਿਲ ਕੇ ਇੱਕ ਇੰਡੀਆ ਦੀ ਪਾਲਿਸੀ ਬਣਾਓ, ਪਾਰਟੀ ਦੀ ਪਾਲਿਸੀ ਨਾ ਬਣਾਓ। ਚਾਹੇ ਪਾਰਟੀਆਂ ਬਦਲ ਜਾਣ, ਇੱਕ ਨੈਸ਼ਨਲ ਪਾਲਿਸੀ ਹੋਵੇ ਜਿਹੜੀਆਂ ਚੀਜ਼ਾਂ ਨੂੰ ਖਤਮ ਕਰ ਸਕੇ ਔਰ ਤੇ ਟੈਕਲ ਕਰ ਸਕੇ। ਹਾਂ, ਉਹ ਮਿਲ ਜੁਲ ਕੇ। मोदी साहब ने भी बोले हैं कि ना तो गोली से ना गाली से बात बनेगी गले लगाने से। बिल्कुल एग्जैक्टली, डायलॉग बड़ा इंपॉर्टेंट है। और वाजपेयी साहब ने भी बोलिया सी जमहूरीयत, इंसानियत, बस लगेगी। हाँ, ਤੇ ਉਹ ਚੀਜ਼ਾਂ ਕਰਨੀਆਂ ਪੈਣਗੀਆਂ। ਸਰ ਤੁਹਾਡਾ ਬੜਾ ਵਾਸਟ ਐਕਸਪੀਰੀਅੰਸ ਹੈ ਔਰ ਤੁਸੀਂ ਗੱਲ ਕੀਤੀ ਪਠਾਨਕੋਟ, ਪੰਜਾਬ ਕਦੀ ਵੀ ਇਦਾਂ ਹੋਇਆ ਨਹੀਂ ਸੀ ਵੀ ਪੰਜਾਬ ਦੇ ਵਿੱਚ ਇਦਾਂ ਦੇ ਇਸ਼ੂਜ਼ ਹੋਣ, ਬਾਹਰ ਦੇ ਟੈਰਰਿਸਟ ਆ ਕੇ, ਫੋਰਨ ਨੈਸ਼ਨਲ ਆ ਕੇ ਅਟੈਕ ਕਰਨ। ਮੈਂ ਵੀ ਕਵਰ ਕਰ ਰਿਹਾ ਸੀ ਪਠਾਨਕੋਟ 에ਅਰਫੋਰਸ ਬੇਸ ਤੇ ਹਮਲਾ ਹੋਇਆ, ਉਸ ਤੋਂ ਪਹਿਲੇ ਦੀਨਾਨਗਰ ਹੋਇਆ। ਸਰ ਉਹ ਕਿੰਨਾ ਟਫ ਸੀਗਾ? ਮਤਲਬ ਪੰਜਾਬ ਸਰਪ੍ਰਾਈਜ਼ ਸੀ ਤੁਹਾਡੇ ਲਈ? ਸਰਪ੍ਰਾਈਜ਼ ਸੀਗਾ, ਕਿਉਂਕਿ ਸਾਡੀ ਜਿਹੜੀ ਸਮਝ ਸੀ, ਸਾਨੂੰ ਇਹ ਲੱਗਦਾ ਸੀ ਕਿ ਉਹ ਪੰਜਾਬ ਵਿੱਚ ਨਹੀਂ ਆਣਗੇ। ਕਿਉਂਕਿ ਦੇਖੋ ਜੀ, ਇਸ ਤਰੀਕੇ ਨਾਲ ਹੈ, ਸਾਡੇ ਜਿਹੜੇ ਬਾਰਡਰ ਹੈਗੇ ਨਾ ਜੀ, ਉਹਨਾਂ ਦਾ ਕਲਾਸੀਫਿਕੇਸ਼ਨ ਹੈ ਤੇ ਇੱਕ ਲਾਈਨ ਆਫ ਕੰਟਰੋਲ, ਲਾਈਨ ਆਫ ਕੰਟਰੋਲ ਤੇ ਇਹ ਚੀਜ਼ ਚੱਲ ਰਹੀ ਹੈ ਕਈ ਸਾਲਾਂ ਤੋਂ। ਉਹ ਹਾਂ, ਡਿਸਪਿਊਟਡ ਪਾਕਿਸਤਾਨ ਤੱਕ ਪੱਕੀ ਤਰ੍ਹਾਂ ਕਹਿੰਦਾ ਹੀ ਹੈ, ਅਸੀਂ ਵੀ ਕਹਿੰਦੇ ਹਾਂ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ। ਤੇ ਉੱਥੇ ਨਾ ਜੀ ਉਹ ਅਖਨੂਰ ਦੇ ਉੱਤੋਂ ਸ਼ੁਰੂ ਹੁੰਦਾ ਹੈ ਤੇ ਉਹ 700 ਕਿਲੋਮੀਟਰ ਹੈਗਾ। ਪਰ ਅਖਨੂਰ ਤੋਂ ਥੱਲੇ ਜਿਹੜਾ ਇਲਾਕਾ ਹੈ ਉਹ ਕਸ਼ਮੀਰ ਸੂਬੇ ਦਾ ਹੈ, ਜਿਹਦੇ ਚ ਜੰਮੂ ਡਿਸਟ੍ਰਿਕਟ, ਕਠੂਆ ਤੇ ਸਾਂਬਾ ਆਉਂਦੀ ਹੈ। ਤੇ ਜੰਮੂ, ਸਾਂਬਾ, ਕਠੂਆ, ਤੇ ਇਹ ਤਿੰਨੋਂ ਡਿਸਟ੍ਰਿਕਟ ਵੀ ਪਾਕਿਸਤਾਨ ਕਹਿੰਦਾ ਹੈ ਇਹ ਡਿਸਪਿਊਟਡ ਹੈਗੀ, ਇੰਡੀਆ ਨਹੀਂ ਕਹਿੰਦਾ। ਇੰਡੀਆ ਦੀ ਆਈਬੀ ਉੱਥੇ ਤੱਕ ਹੈ, ਸਾਡੀ BSF ਲੱਗੀ ਹੈ, ਅਖਨੂਰ ਤੱਕ ਲੱਗੀ, ਪਰ ਪਾਕਿਸਤਾਨ ਉਹਨੂੰ ਵਰਕਿੰਗ ਬਾਉਂਡਰੀ ਕਹਿ ਕੇ ਡਿਸਪਿਊਟ ਕਰਦਾ ਹੈ। ਤੇ ਉੱਥੇ ਤੱਕ ਤਾਂ ਅਸੀਂ ਸੋਚ ਸਕਦੇ ਸੀ, ਲੇਕਿਨ ਉਹਦਾ ਪਠਾਨਕੋਟ ਆਣਾ ਔਰ ਆਪਣੇ ਮੋਦੀ ਸਾਹਿਬ ਦੀ ਵਿਜ਼ਿਟ ਤੇ ਇੱਕਦਮ ਬਾਅਦ ਆਣਾ, ਜਦੋਂ ਉਹ ਗਏ ਪਾਕਿਸਤਾਨ, ਉਸ ਤੋਂ ਇਲਾਵਾ ਉਹਨਾਂ ਦਾ ਦੀਨਾਨਗਰ ਆਣਾ। ਦੀਨਾਨਗਰ ਮੈਨੂੰ ਲੱਗਦਾ ਉਹ ਬੰਦਾ ਜਿਹੜਾ ਵੜਿਆ ਸੀ, ਅੰਦਰ ਆਏ ਸੀ ਜਿਹੜੇ 3 ਬੰਦੇ, ਉਹ ਮੇਰੇ ਖਿਆਲ ਗਲਤ ਡਾਇਰੈਕਸ਼ਨ ਫੜ ਗਏ। ਉਹ ਸ਼ਾਇਦ ਪਹਿਲੇ ਟਰੈਕਸ ਤੇ ਗਏ ਸੀ, ਫਿਰ ਇੱਧਰ ਨੂੰ ਆ ਕੇ ਬੱਸ 'ਚ ਬਹਿ ਗਏ। ਉਹ ਮਤਲਬ ਗਲਤ ਡਾਇਰੈਕਸ਼ਨ ਫੜ ਗਏ। ਜਾਣਾ ਸ਼ਾਇਦ ਉਹਨਾਂ ਨੂੰ ਕਠੂਆ ਦੀ ਤਰਫ ਸੀ, ਆ ਗਏ ਉਹ ਕਾਰ ਜੈਕ ਦੀਨਾਨਗਰ ਦੀ ਤਰਫ। ਤੇ ਉਹ ਵੀ ਮੁਸ਼ਕਿਲ ਆਪਰੇਸ਼ਨ ਸੀ, ਪਰ ਉਹ 'ਚ ਜ਼ਿਆਦਾ ਪੁਲਿਸ ਦਾ ਰੋਲ ਸੀ। ਅਸੀਂ ਦੇਖ ਰਹੇ ਕਿ ਆਮੀ ਦੇਖੋ ਜੀ, ਦੀਨਾਨਗਰ 'ਚ ਇਹ ਸੀ, ਪੁਲਿਸ ਦਾ ਰੋਲ ਜ਼ਰੂਰ ਸੀ, ਪਰ ਕੀ ਹੋਇਆ ਸੀ, ਪਹਿਲਾ ਘੇਰਾ ਆਰਮੀ ਨੇ ਪਾਇਆ ਸੀ। ਸਾਡਾ ਇੱਕ ਨਾਇਕ ਸੀਗਾ ਸ਼ਰਮਾ, ਜਿਹਨੂੰ ਪੰਜਾਬ ਪੁਲਿਸ ਨੇ ਅਵਾਰਡ ਵੀ ਦਿੱਤਾ, ਉਹਦੇ ਬ੍ਰਦਰ ਨੂੰ ਭਰਤੀ ਵੀ ਕੀਤਾ। 3 ਆਤੰਕਵਾਦੀ ਉੱਥੇ ਮਰੇ ਸੀ, ਐਲੀਮੀਨੇਟ ਹੋਏ ਸੀ। 2 ਸ਼ਰਮਾ ਨੇ ਮਾਰੇ ਸੀ, ਸ਼ਰਮਾ ਨੂੰ ਗੈਲੈਂਟਰੀ ਅਵਾਰਡ ਵੀ ਮਿਲੇ। ਪਰ ਇਹ ਆਰਮੀ ਦੀ ਫਿਤਰਤ ਹੈ, ਅਸੀਂ ਅਨਨੈਸਰੀ ਕੋਈ ਕ੍ਰੈਡਿਟ ਨਹੀਂ ਲੈਂਦੇ। ਇਨ ਐਨੀ ਕੇਸ ਅਸੀਂ ਚਾਹੁੰਦੇ ਹਾਂ ਪੁਲਿਸ ਨੂੰ ਅਸੀਂ ਮਜ਼ਬੂਤ ਕਰੀਏ। ਅਗਰ ਪੁਲਿਸ ਮਜ਼ਬੂਤ ਹੈ, ਅਸੀਂ ਆਪਣਾ ਕੰਮ ਬਾਰਡਰ ਤੇ ਕਰ ਸਕਦੇ। ਤੇ ਮੈਂ ਖੁਦ ਆਰਮੀ ਕਮਾਂਡਰ ਸੀ, ਮੈਂ ਆਪਣੇ ਸਾਰੇ ਬੰਦਿਆਂ ਨੂੰ ਕਿਹਾ ਕਿ ਪੁਲਿਸ ਨੂੰ ਕ੍ਰੈਡਿਟ ਲੈਣ ਦਿਓ, ਕੋਈ ਫਰਕ ਨਹੀਂ ਪੈਂਦਾ। ਆਪਾਂ ਬਹੁਤ ਆਪਰੇਸ਼ਨ ਕਰ ਰਹੇ, ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਅਵਾਰਡ ਅਸੀਂ ਦਿਲਾ ਦੇਵਾਂਗੇ। ਔਰ ਪੁਲਿਸ ਨੂੰ ਅਸੀਂ ਉਹਨੂੰ ਕਹਿੰਦੇ ਐਮਪਾਵਰਮੈਂਟ, ਉਹਨੂੰ ਸ਼ਕਤੀਕਰਨ ਹਿੰਦੀ 'ਚ ਬੋਲਦੇ ਆ, ਪੰਜਾਬੀ ਦਾ ਵਰਡ ਮੈਨੂੰ ਯਾਦ ਨਹੀਂ ਆ ਰਿਹਾ। ਹਾਂ, ਤੇ ਉਹ ਸ਼ਕਤੀਕਰਨ ਕਰਨੇ 'ਚ ਇਹ ਵੀ ਚੰਗੀ ਚੀਜ਼ ਹੈ। ਔਰ ਦੇਖੋ ਜੀ, ਸੋਸ਼ਲ ਮੀਡੀਆ ਤੇ ਲਿਖਿਆ ਵੀ ਗਿਆ ਕਿ ਅਗਰ पंजाब पुलिस ने पाकिस्तान के आतंकवादियों की हवा निकाल दी तो फौज होती तो क्या होता। ये ट्रेंड होया पाकिस्तान ਦੇ सोशल मीडिया ਤੇ ਅਸੀਂ ਚਾਹੁੰਦੇ ਹਾਂ ਸਾਡੀ ਪੁਲਿਸ ਦੀ ਚੰਗਾ ਨਾ ਹੋਵੇ, ਉਹਨਾਂ ਤੋਂ ਆਤੰਕਵਾਦੀ ਡਰਨ ਉਹਨਾਂ ਤੋਂ। ਪਰ ਉਹ ਹਟੇ ਨਹੀਂ। ਦੇਖੋ ਸਰ, ਪਠਾਨਕੋਟ ਵੀ ਆ ਗਏ ਉਸ ਤੋਂ ਬਾਅਦ, ਕੁਝ ਟਾਈਮ ਬਾਅਦ ਹੀ। ਇਹ ਚੀਜ਼ ਜ਼ਰੂਰ ਹੈ, ਕਿਉਂਕਿ ਇਹੀ ਚੀਜ਼ ਪਾਕਿਸਤਾਨ ਦੀ ਮੈਨੂੰ ਬੜੀ ਅਜੀਬੋ ਗਰੀਬ ਲੱਗਦੀ ਹੈ। ਔਰ ਮੈਨੂੰ ਇਹ ਪਤਾ ਲੱਗਿਆ ਕਿ ਤੁਹਾਡੀ ਇਹ ਚੈਨਲ ਕੈਨੇਡਾ 'ਚ ਵੀ ਦਿਖਾਈ ਜਾਂਦੀ ਹੈ। ਮੇਰਾ ਇੱਕ ਸੰਦੇਸ਼ ਹੈ, ਉਹ ਮਾਫੀ ਮੰਗ ਕੇ ਦੇਣਾ ਚਾਹੁੰਦਾ ਮੈਂ
ਉੱਥੇ ਦੇ ਬੰਦੇ ਹੋ ਸਕਦਾ ਕੁਝ ਮੇਰੇ ਤੋਂ ਨਾਰਾਜ਼ ਵੀ ਹੋ ਜਾਣ। ਮੈਂ ਪੰਜਾਬ ਵਿੱਚ ਸੀਗਾ ਜਦ ਅੱਤਵਾਦ ਸੀਗਾ, ਤੁਸੀਂ ਉਹਨੂੰ ਖੜਕੂ ਕਹੋ, ਪਰ ਮੈਂ ਤਾਂ ਇਹ ਗੱਲ ਦੇਖੋ ਜੀ, ਮੈਂ ਦੇਖਿਆ ਪੰਜਾਬ ਵਿੱਚ ਸਾਰੀ ਕਾਰਾਂ ਦੇ ਉੱਤੇ ਜਿਹੜੀ ਨੰਬਰ ਪਲੇਟ ਸੀ ਉਹ ਗੁਰਮੁਖੀ 'ਚ ਲਿਖੀ ਜਾ ਚੁੱਕੀ ਸੀ। ਸਾਰੀ ਜਿਹੜੀ ਕੁੜੀਆਂ ਸੀ ਕਾਲਜ ਜਾਂਦੀਆਂ ਸੀ, ਸਕੂਲ ਜਾਂਦੀਆਂ ਸੀ, ਉਹ ਸੈਫਰਨ ਦੁਪੱਟਾ ਲੈਂਦੀਆਂ ਸੀ। ਸਾਰੇ ਸਕੂਲਾਂ ਕਾਲਜਾਂ 'ਚ ਅਰਦਾਸ ਕੀਤੀ ਜਾਂਦੀ ਸੀ। ਸਾਰੀ ਲੋਕੀ 6-6:30 ਵਜੇ 6 ਕਿਉਂ 5 ਵਜੇ ਮਾਰਕੀਟ ਬੰਦ ਹੋ ਜਾਂਦੀ ਸੀ। ਮੇਰੇ ਵਾਈਫ ਖੁਦ ਇੱਕ ਦੁਕਾਨ ਤੇ ਗਏ ਸੀ, ਉੱਥੋਂ ਬਸ ਤੁਰ ਕੇ ਆਏ ਹੀ ਸੀਗੇ, ਬੰਮ ਚੱਲ ਗਿਆ ਤੇ ਬਹੁਤ ਦਹਿਸ਼ਤ ਸੀਗੀ, ਬਹੁਤ ਆਤੰਕਵਾਦ ਸੀਗਾ। ਮੈਨੂੰ ਇੱਕ ਅਪੀਲ ਹੈ ਕੈਨੇਡਾ ਜਿਹੜੇ ਸਾਡੇ ਭਰਾ ਉੱਤੇ ਬੈਠੇ ਹੈ, ਭੈਣਾਂ ਬੈਠੀਆਂ, ਦੇਖੋ ਜੀ ਪੰਜਾਬ ਹੁਣ ਕਿਸੇ ਬੜੀ ਮੁਸ਼ਕਲ ਨਾਲ ਉਸ ਟਾਈਮ ਤੇ ਪਿੱਛੇ ਚਲਾ ਗਿਆ, ਹਰਿਆਣਾ ਅੱਗੇ ਨਿਕਲ ਗਿਆ। ਮੈਂ ਉਹਨਾਂ ਹਰਿਆਣਾ ਸਰਕਾਰ ਨਾਲ ਕੰਮ ਕਰਦਾ, ਹਰਿਆਣਾ ਸਾਡੇ ਤੋਂ ਕਾਫੀ ਅੱਗੇ ਨਿਕਲ ਗਿਆ। ਪੰਜਾਬ ਦੀ ਮਾਲੀ ਹਾਲਤ ਚੰਗੀ ਨਹੀਂ ਹੈ, ਬੱਚੇ ਸਾਰੇ ਬਾਹਰ ਜਾਣਾ ਚਾਹੁੰਦੇ ਹੈ, ਚਿੱਟੇ ਦੀ ਬਿਮਾਰੀ ਫੈਲ ਚੁੱਕੀ ਹੈ ਤੇ ਆਪਾਂ ਕੋਈ ਇਹੋ ਜਿਹਾ ਕੰਮ ਨਾ ਕਰ ਬੈਠੀਏ ਕਿ ਪੰਜਾਬ ਵਿੱਚ ਦੁਬਾਰਾ ਅੱਤਵਾਦ ਆ ਜਾਏ। ਇਹਦੇ ਨਾਲ ਕਿਸੇ ਦਾ ਫਾਇਦਾ ਨਹੀਂ ਹੋਣਾ, ਸਿਰਫ ਪਾਕਿਸਤਾਨ ਦਾ ਫਾਇਦਾ ਹੋਣਾ ਹੈ। ਪਾਕਿਸਤਾਨ ਹਰ ਮੌਕੇ ਦਾ ਫਾਇਦਾ ਉਠਾਏਗਾ। ਦੇਖੋ ਕਰਤਾਰਪੁਰ ਸਾਹਿਬ ਬਾਬਾ ਨਾਨਕ ਦੀ ਵਿਰਾਸਤ ਹੈ, ਧਰੋਹਰ ਹੈ। ਆਪਾਂ ਚਾਹੁੰਦੇ ਹਾਂ ਲਾਂਘਾ ਖੁੱਲੇ, ਆਪਾਂ ਚਾਹੁੰਦੇ ਹਾਂ ਉੱਥੇ ਜਾਈਏ। ਮੈਂ ਵੀ ਤਾਂ, ਮੇਰਾ ਪਰਿਵਾਰ ਚਕਵਾਲ ਤੋਂ ਆਇਆ ਸੀ ਜੀ। ਜਦ ਮੈਂ ਅੰਗੋਲਾ ਸੀਗਾ, ਮੇਰਾ ਬੈਸਟ ਫਰੈਂਡ ਪਾਕਿਸਤਾਨੀ ਸੀ। ਅਸੀਂ ਸਾਡੇ ਪਾਕਿਸਤਾਨੀਆਂ ਨਾਲ ਕੋਈ ਬੈਰ ਨਹੀਂ ਹੈ, ਲੇਕਿਨ ਸਾਡੀ ਕੰਟਰੀ ਦੇ ਇੰਟਰਸਟ ਵੀ ਹੈਗੇ। ਪੰਜਾਬ ਵਿੱਚ ਦੁਬਾਰਾ ਅੱਤਵਾਦ ਆ ਜਾਏ, ਦੁਬਾਰਾ ਕੋਈ ਹੈ ਜੀ ਖੁਰਾਫਤ ਸ਼ੁਰੂ ਹੋ ਜਾਏ, ਸਾਡੇ ਬੱਚਿਆਂ ਦਾ ਕੀ ਹੋਏਗਾ? ਤੇ ਇਹ ਜਜ਼ਬਾਤ, ਇਹ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਸਾਡੇ ਭਰਾਵਾਂ ਭੈਣਾਂ ਨੂੰ ਜਿਹੜੇ ਕੈਨੇਡਾ ਬੈਠੇ ਹੈ। ਪਾਕਿਸਤਾਨ ਇੰਨਾ ਸ਼ਰੀਫ ਨਹੀਂ ਹੈ ਜਿੰਨਾ ਨਜ਼ਰ ਆਉਂਦਾ ਹੈ। ਜਦ ਸਾਡੇ ਲੋਕੀ ਜਾਂਦੇ ਹੈ ਡੇਰਾ ਬਾਬਾ ਨਾਨਕ, ਪੰਜਾ ਸਾਹਿਬ, ਦੂਜੇ ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ, ਇਹਨਾਂ ਦੇ ਗੁਰਦੁਆਰਿਆਂ ਜਾਂਦੇ ਹੈ, ਉੱਥੇ ਬਹੁਤ ਕੋਸ਼ਿਸ਼ ਕਰਦੀ ISI ਉਹਨਾਂ ਦੇ ਦਿਮਾਗ ਨੂੰ ਇਨਫਲੂਐਂਸ ਕਰੇ, ਬ੍ਰੇਨ ਵਾਸ਼ ਕਰੇ। ਬਹੁਤ ਸਾਰੇ ਲੋਕਾਂ ਨੂੰ ਉਹ ਪੈਸੇ ਦੇ ਰਹੇ ਹੈ। ਕਿਉਂ ਦੇ ਰਹੇ, ਕਿਉਂ ਹੋ ਰਿਹਾ ਸਾਰਾ ਕੰਮ? ਤੇ ਡੀਸਟੇਬਲਾਈਜ਼ ਕਰਨਾ ਚਾਹੁੰਦਾ ਹਾਂ, ਆਪਾਂ ਪੰਜਾਬ ਨੂੰ ਦੁਬਾਰਾ ਨਾ ਵਿਗਾੜ ਲਈਏ, ਮੇਰੀ ਤਾਂ ਤੁਹਾਡੇ ਸਾਰਿਆਂ ਤੋਂ ਅਪੀਲ ਹੈ। ਇਸੇ ਕਰਕੇ ਮੈਂ ਜਦ ਕਾਫੀ ਬਿਜ਼ੀ ਚੱਲ ਰਿਹਾ ਸੀ, ਪਰ ਜਦ ਇਹਨਾਂ ਦਾ ਫੋਨ ਆਇਆ ਮੈਂ ਮਨਾ ਨਹੀਂ ਕਰ ਸਕਿਆ, ਕਿਉਂਕਿ ਮੈਨੂੰ ਲੱਗਿਆ ਕਿ ਹੋਰ ਕੁਝ ਨਹੀਂ ਤਾਂ ਮੈਂ ਟੀਵੀ ਦੇ ਜ਼ਰੀਏ ਇੱਕ ਚੰਗੀ ਮੈਸੇਜ ਅੱਗੇ ਪਾਸ ਔਨ ਕਰ ਸਕਦਾ। ਸਰ, ਤੁਸੀਂ ਇੱਕ ਆਮ ਪਰਿਵਾਰ ਦਾ ਲੜਕਾ ਸੀ, ਕਿੱਥੋਂ ਚੱਲੇ, ਲੱਗਦਾ ਸੀ ਇੰਨੀ ਦੂਰ ਆ ਜਾਓਗੇ, ਪਰਮ ਸੇਵਾ ਮੈਡਲ, ਅਤੀ ਵਿਸ਼ੇਸ਼ ਸੇਵਾ ਮੈਡਲ, ਪਰ ਇਸ ਜਰਨੀ ਕਿੱਦਾਂ ਦੀ ਰਹੀ? ਸਰ ਔਖੀ ਸੀ ਕਿ ਸੌਖੀ ਸੀ ਓਵਰਆਲ? ਦੇਖੋ ਜੀ, ਸੌਖਾ ਤਾਂ ਕੁਝ ਨਹੀਂ ਹੈ ਦੁਨੀਆ 'ਚ, ਪਰ ਔਖਾ ਵੀ ਨਹੀਂ। ਅਗਰ ਵਾਹਿਗੁਰੂ ਤੇ ਭਰੋਸਾ ਹੋਵੇ, ਆਪਣੀ ਮਿਹਨਤ ਕਰੋ ਤੇ ਸਾਰੀ ਚੀਜ਼ਾਂ ਆਸਾਨੀ ਨਾਲ ਮਿਲਦੀਆਂ ਵੀ। ਇਹ ਨਹੀਂ ਮੈਂ ਕਹਾਂਗਾ ਕਿ ਮੇਰੀ ਲਾਈਫ ਤੇ ਸੈਟਬੈਕ ਨਹੀਂ ਹੋਈ, ਸੈਟਬੈਕ ਵੀ ਆਏ। ਕੁਝ ਆਇਆ ਸਰ, ਮਤਲਬ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਹਾਂ ਬੜਾ ਟਫ ਸੀਗਾ? ਟਫ ਦਾ ਮਤਲਬ ਇਸ ਤਰੀਕੇ ਨਾਲ ਹੈ ਕਿ ਮੈਂ ਫੌਜ 'ਚ ਜਦ ਆਇਆ ਤੇ ਮੈਂ ਨਵਾਂ ਸੀ ਫੌਜ ਤੋਂ, ਤੇ ਬਹੁਤ ਸਾਰੇ ਲੋਕੀ ਅਜੇ ਸੀਗੇ ਜਿਨ੍ਹਾਂ ਦੇ ਫਾਦਰ ਸਾਹਿਬ, ਗ੍ਰੈਂਡਫਾਦਰ ਸਾਹਿਬ, ਸਾਰੇ ਰਿਸ਼ਤੇਦਾਰ ਫੌਜੀ ਸੀ। ਮੈਨੂੰ ਕਈ ਵਾਰੀ ਲੱਗਦਾ ਸੀ ਕਿ ਆਪਣਾ ਤਾਂ ਕੋਈ ਮਾਂ ਪਿਓ ਹੀ ਨਹੀਂ ਇੱਥੇ, ਨਾ ਕੋਈ ਆਪਣਾ ਚਾਚਾ ਮਾਮਾ ਹੈਗਾ, ਇਹ ਆਪਾਂ ਕਿਸ ਤਰੀਕੇ ਨਾਲ ਜਾਵਾਂਗੇ? ਪਰ ਤੁਸੀਂ ਮੰਨੋਗੇ ਨਹੀਂ, ਮੈਂ ਨੀਅਰਲੀ ਸਾਰੇ ਕੋਰਸ ਟੌਪ ਕੀਤੇ। ਕੋਈ ਜਨਰਲ ਦੇ ਵੀ ਮੁੰਡੇ ਹੁੰਦੇ ਸੀ ਸਾਡੇ ਨਾਲ, ਮੈਂ ਜਿੱਥੇ ਕਮਾਂਡ ਵੀ ਕੀਤੀ ਉੱਥੇ ਵੀ ਸਾਡੇ ਨਾਲ ਸੀਗੇ, ਪਰ ਸਾਡਾ ਸਿਸਟਮ ਇੰਨਾ ਚੰਗਾ ਸੀਗਾ, ਸਾਡੇ ਸੀਨੀਅਰ ਇੰਨੇ ਚੰਗੇ ਸੀ ਕਿ ਉਹਨਾਂ ਨੇ ਸਾਡੇ ਕੰਮ ਨੂੰ ਰਿਕਗਨਾਈਜ਼ ਕੀਤਾ ਤੇ ਮੌਕਾ ਦਿੱਤਾ ਸਾਨੂੰ। ਮੈਂ ਤੁਹਾਨੂੰ ਦੱਸਿਆ ਅੰਗੋਲਾ 'ਚ ਬੜਾ ਮੁਸ਼ਕਿਲ ਵਕਤ ਆਇਆ, ਨਾਗਾਲੈਂਡ ਵਿੱਚ ਆਇਆ, ਔਰ ਆਸਾਨ ਕੋਈ ਚੀਜ਼ ਨਹੀਂ, ਪਰ ਚੈਲੰਜ ਲੈਣਾ ਚਾਹੀਦਾ ਹੈ ਆਪਾਂ ਨੂੰ। ਨਵਾਂ ਕੰਮ, ਮੈਂ ਤਾਂ ਦੇਖੋ ਜੀ, ਮੈਨੂੰ ਕਈ ਵਾਰ ਲੋਕਾਂ ਨੇ ਕਿਹਾ ਕਿ ਤੁਸੀਂ ਇਹ ਨਾ ਕਰੋ, ਇਹ ਰਿਸਕੀ ਹੈ, ਇਹ ਨਵੀਂ ਚੀਜ਼ ਨਾ ਕਰੋ, ਇਹ ਤੁਸੀਂ ਫੇਲ ਹੋ ਸਕਦੇ ਹੋ, ਪਰ
ਮੇਰਾ ਪੱਕਾ ਵਿਸ਼ਵਾਸ ਹੈ ਕਿ ਸਾਨੂੰ ਸਾਡੀ ਗੁਰਬਾਣੀ ਨੇ ਦੱਸਿਆ ਹੈ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਠੀਕ ਹੈ ਜੀ। ਤੇ ਕਿਰਤ ਕਰੋ ਤਾਂ ਬਹੁਤ ਹੀ ਜ਼ਰੂਰੀ ਹੈ। ਬਿਨਾਂ ਮਿਹਨਤ ਕਰੇ ਕੁਝ ਨਹੀਂ ਹੋ ਸਕਦਾ। ਤੁਹਾਨੂੰ ਬਹੁਤ ਸਾਰੇ ਲੋਕੀ ਕਹਿਣਗੇ ਸਟੇਟਸ ਕੋ ਤੇ ਰਹੋ, ਬਟ ਇਹਦੀ ਲਾਈਕ ਈਵਨ ਜਿੱਥੇ ਜਿੱਥੇ ਮੈਂ ਨੌਕਰੀ ਕੀਤੀ, ਮੈਂ ਨਵੀਂ ਚੀਜ਼ਾਂ ਟਰਾਈ ਕੀਤੀ ਔਰ ਮੈਨੂੰ ਸਕਸੈਸ ਵੀ ਮਿਲੀ। ਫੌਜ ਕਿੰਨੀ ਕੁ ਬਦਲੀ ਹੈ ਸਰ? ਮਾਡਰਨਾਈਜ਼ ਹੋ ਗਈ ਜਦੋਂ ਤੇ ਤੁਸੀਂ ਆਏ ਸੀ, ਹੁਣ ਤਗੜੇ ਹੋ ਗਏ ਆਪਾਂ? ਬਹੁਤ ਬਦਲ ਗਈ ਹੈ, ਪਰ ਇੰਨਾ ਵੀ ਨਹੀਂ ਹੈ ਕਿ ਉਸ ਸਪੀਡ ਨਾਲ ਨਹੀਂ ਬਦਲੀ ਹੈ ਜਿੰਨੀ ਨਾਲ ਬਦਲਣੀ ਚਾਹੀਦੀ। ਕਿਉਂਕਿ ਸਾਡਾ ਕੋਈ ਬਜਟ ਦਾ ਪ੍ਰੋਬਲਮ ਹੈ, ਕੁਝ ਸਾਡੇ ਪ੍ਰੋਸੀਜਰਸ ਦਾ ਪ੍ਰੋਬਲਮ ਹੈ, ਸਾਡੀ ਜਿਹੜੀ ਬਿਊਰੋਕ੍ਰੇਸੀ ਹੈ, ਜਿਹੜੇ ਪ੍ਰੋਸੀਜਰ ਹੈ, ਉਹਦੇ ਕਰਕੇ ਸਾਡੀ ਦੇਖੋ ਜੀ, ਅਗਰ ਸਾਡੇ 'ਚ ਚੰਗੀ ਉਹ ਹੋਏ ਤੇ ਪਾਕਿਸਤਾਨ ਫਿਰ ਖੁਰਾਫਾਤ ਨਾ ਕਰੇ। ਪਾਕਿਸਤਾਨ ਨੂੰ ਇਸ ਚੀਜ਼ ਦਾ ਇਲਮ ਹੈ ਕਿ ਹਿੰਦੁਸਤਾਨ ਮਜ਼ਬੂਤ ਹੈ, ਪਰ ਉਨਾ ਮਜ਼ਬੂਤ ਨਹੀਂ ਕਿ ਚੰਗੀ ਤਰ੍ਹਾਂ ਚਪੇੜ ਮਾਰ ਸਕੇ। ਪਰ ਪਾਕਿਸਤਾਨ ਨਾਲੋਂ ਤਾਂ ਸਰ ਆਪਾਂ ਬਹੁਤ ਤਗੜੇ ਹੋਵਾਂਗੇ, ਮਤਲਬ ਐਸ ਫਾਰ ਰਿਸੋਰਸਸ। ਪਾਕਿਸਤਾਨ ਦੇ ਨਾਲ ਆਪਾਂ ਤਗੜੇ ਹਾਂ, ਪਰ ਇੰਨੇ ਤਗੜੇ ਨਹੀਂ ਆ ਜਿੰਨੇ ਹੋਣਾ ਚਾਹੀਦਾ। ਫਾਈਨਲੀ ਗੱਲ ਕਰਾਂਗੇ ਆਪਾਂ, ਪੁਲਵਾਮਾ ਹੋਇਆ, ਬੜਾ ਅਨਫੋਰਚੂਨੇਟ ਇਨਸੀਡੈਂਟ ਸੀਗਾ। ਮਤਲਬ ਸਾਡੇ 40 CRPF ਦੇ ਜਵਾਨ ਮਾਰਟਾਇਰ ਹੋ ਗਏ। ਉਸ ਤੋਂ ਬਾਅਦ ਇੰਡੀਆ ਨੇ ਸਡਨਲੀ 에ਅਰ ਸਟ੍ਰਾਈਕ ਕੀਤਾ। ਉਹ ਕਿਸ ਤਰ੍ਹਾਂ ਦਾ ਸੀ? ਮਤਲਬ ਫੌਜ ਦੀ ਪ੍ਰੀਪੇਅਰਡਨੈਸ ਸੀਗੀ ਇੰਨੀ ਥੱਲੇ ਵੀ ਇੱਕਦਮ 에ਅਰ ਸਟ੍ਰਾਈਕ? ਇਸ ਸਰਕਾਰ ਨੂੰ ਬਹੁਤ ਹੀ ਸ਼ਾਬਾਸ਼ੀ ਦੇਣੀ ਚਾਹੀਦੀ ਹੈ, ਬਹੁਤ ਹੀ ਉਹਨਾਂ ਦਾ ਖੈਰ ਮਕਦਮ ਕਰਨਾ ਚਾਹੀਦਾ ਕਿ ਉਹਨਾਂ ਨੇ ਇੰਨਾ ਵੱਡਾ ਡਿਸੀਜਨ ਲਿੱਤਾ। ਅੱਜ ਤੱਕ ਆਪਾਂ ਇਹੀ ਡਰ ਕੇ ਬੈਠੇ ਸੀ ਕਿ ਅਗਰ ਆਪਾਂ 에ਅਰ ਫੋਰਸ ਨੂੰ ਯੂਜ਼ ਕੀਤਾ ਤੇ ਪਾਕਿਸਤਾਨ ਫਿਰ ਨਿਊਕਲੀਅਰ ਤੇ ਆ ਜਾਏਗਾ। ਇਹ ਜਿਹੜਾ ਬਲਫ ਸੀਗਾ, ਇਹ ਜਿਹੜੀ ਪਾਕਿਸਤਾਨ ਨੇ ਐਵੇਂ ਬਲਫ ਮਾਰਦਾ ਸੀ, ਉਹ ਆਪਾਂ ਇਹਨੂੰ ਬੋਗਸ ਕਰਤਾ। ਤੇ ਮੇਰੇ ਖਿਆਲ ਨਾਲ ਇਹ ਬਹੁਤ ਸੂਝ-ਬੂਝ ਕੇ ਕੀਤੀ ਹੋਈ ਕਾਰਵਾਈ ਸੀ। ਪਹਿਲੀ ਚੀਜ਼ ਤਾਂ ਆਪਾਂ ਖਾਈਬਰ ਪਖਤੂਨਵਾ 'ਚ ਟਾਰਗੇਟ ਚੁਣੀ। ਇਹ ਨਹੀਂ ਹੈ ਕਿ ਜਿਹੜਾ ਕਿ ਕਸ਼ਮੀਰ ਉਹਨਾਂ ਨੇ ਕਬਜ਼ਾ ਕੀਤਾ ਹੋਇਆ, ਉੱਥੇ ਨਹੀਂ, ਆਪਾਂ ਖਾਈਬਰ ਪਖਤੂਨਵਾ ਗਏ। LOC ਤੋਂ ਵੀ, POK ਤੋਂ ਵੀ ਅੱਗੇ। ਹਾਂ, ਇਹ ਬਹੁਤ ਵੱਡਾ ਚੁਣਾਵ ਸੀ। ਦੂਜਾ ਆਪਾਂ ਇੱਕ ਇਹੋ ਜਿਹੀ ਥਾਂ ਨੂੰ ਚੁਣਿਆ ਜਿੱਥੇ ਇਹ ਜਿਹੜੇ ਫਸਾਦੀ ਹੈਗੇ, ਜਿਨ੍ਹਾਂ ਨੂੰ ਆਪਾਂ ਜਿਹਾਦੀ ਵੀ ਕਹਿੰਦੇ ਆ, ਉਹ ਫਸਾਦੀਆਂ ਦਾ ਉਹ ਬੜਾ ਹਿਸਟੋਰੀਕਲ ਲਿੰਕ ਸੀ। ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇਹ ਜਿਹੜੇ ਫਸਾਦੀ ਸੀ, ਸੈਯਦ ਅਹਿਮਦ ਬਰੇਲਵੀ ਔਰ ਸ਼ਾਹ ਫੈਜ਼ਲ, ਇਹਨਾਂ ਦੀ ਲੜਾਈ ਹੋਈ ਸੀ। ਤੇ ਉਹ ਪਹਿਲਾ ਉਹ ਸੀਗਾ ਜਿੱਥੇ ਜਹਾਦ ਜਾਂ ਫਸਾਦ ਇਹਨਾਂ ਨੇ ਸ਼ੁਰੂ ਕੀਤੀ ਸੀ। ਤੇ ਇਤਿਹਾਸਿਕ ਤੌਰ ਤੇ ਉਹ ਬਹੁਤ ਹੀ ਅਹਿਮ ਥਾਂ ਸੀ। ਫਿਰ ਉੱਥੇ ਉਹਨਾਂ ਨੇ, ਹਾਲੇ ਇਹ ਤਾਂ ਨਹੀਂ ਕਹਿ ਸਕਦੇ, ਕੋਈ ਪੱਕਾ ਪ੍ਰੂਫ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਸਾਡਾ ਹਮਲਾ ਕਾਮਯਾਬ ਸੀ। ਕਾਫੀ ਲੋਕੀ ਉਹਦੇ 'ਚ ਮਾਰੇ ਗਏ ਹੈ। ਔਰ ਆਪਾਂ ਦੇਖੋ, ਪਾਕਿਸਤਾਨ ਤੇ ਹਮਲਾ ਨਹੀਂ ਕੀਤਾ, ਆਪਾਂ ਅੱਤਵਾਦ ਤੇ ਹਮਲਾ ਕੀਤਾ। ਇੱਕ ਇਹਦੇ ਨਾਲ ਸਟਰੋਂਗ ਮੈਸੇਜ ਦਿੱਤਾ ਇੰਡੀਆ ਨੇ ਵੀ ਹਾਂ ਵੀ ਆਪਾਂ ਟੋਲਰੇਟ ਨਹੀਂ ਕਰਾਂਗੇ, ਹੁਣ ਨਹੀਂ ਕਰਾਂਗੇ। ਔਰ ਲੇਕਿਨ ਪਾਕਿਸਤਾਨ ਕੰਟਰੀ ਇਹ ਜੀ ਹੈ, ਇਹ ਜਿਹਾ ਮੁਲਕ ਹੈ, ਉਹਨਾਂ ਨੇ ਇੱਕਦਮ ਬੇਵਕੂਫੀ ਦਾ ਕੰਮ ਕੀਤਾ। ਪਰ ਉਹਨਾਂ ਨੇ ਵੀ ਕਰਦੇ ਵਕਤ ਇਹ ਮੈਸੇਜ ਜ਼ਰੂਰ ਦਿੱਤਾ ਕਿ ਅਸੀਂ ਗੱਲ ਨੂੰ ਅੱਗੇ ਨਹੀਂ ਲੈ ਜਾਣਾ ਚਾਹੁੰਦੇ। ਨਹੀਂ ਤੇ ਉਹਨਾਂ ਕੋਲ ਗਾਈਡਡ ਵੈਪਨ ਸੀਗੇ, F-16 ਸੀਗਾ, ਫਿਰ ਵੀ ਉਹਨਾਂ ਨੇ ਆਪਣਾ ਅਸਲਾ ਇਹ ਜੀ ਥਾਂ ਤੇ ਪਾਇਆ ਜਿੱਥੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਕੋਈ ਫੁੱਟਬਾਲ ਫੀਲਡ ਵਿੱਚ ਪਾਤਾ। ਉਹ ਇੱਕ ਮੈਸੇਜਿੰਗ ਸੀ ਉਹਨਾਂ ਦੀ ਕਿ ਭਾਈ ਬਖਸ਼ ਦਿਓ, ਅਸੀਂ ਆਪਣੇ ਬੰਦਿਆਂ ਨੂੰ ਕੁਝ ਦੱਸਣਾ ਸੀਗਾ, ਹੁਣ ਇਸ ਨੂੰ ਖਤਮ ਕਰ ਦਿਓ। ਪਰ ਤੁਸੀਂ ਸਰ ਇੱਕ ਗੱਲ ਕੀਤੀ ਵੀ ਇਹਦੇ ਨਾਲ ਹੁਣ ਇੱਕ ਟੈਨਸ਼ਨ ਵਧੀ ਹੋਈ ਹੈ ਦੋਵਾਂ ਮੁਲਕਾਂ ਦੇ ਵਿੱਚ, ਇੰਡੀਆ ਔਰ ਪਾਕਿਸਤਾਨ ਦੇ ਵਿੱਚ। ਇੰਡੀਆ ਨੂੰ ਕੀ ਇਹੋ ਜਿਹਾ ਕਰਨਾ ਚਾਹੀਦਾ ਹੈ? ਤੁਸੀਂ ਐਕਸਪਰਟ ਹੋ ਵੀ ਪਾਕਿਸਤਾਨ ਹਮੇਸ਼ਾ ਲਈ ਇੱਕ ਬੈਕਫੁੱਟ ਤੇ ਜਾਏ ਕਿ ਉਹ ਸਭ ਕੁਝ ਬੰਦ ਕਰੇ। ਇਹ ਬਹੁਤ ਮੁਸ਼ਕਿਲ ਮਤਲਬ ਇਹ ਪਹਿਲੂ ਹੈ। ਇਹ ਆਸਾਨੀ ਨਾਲ ਨਹੀਂ ਹੋਏਗਾ, ਬਿਕੋਜ਼ ਪਾਕਿਸਤਾਨ ਇੱਕ ਕਾਰਵਾਈ ਨਾਲ ਪਿੱਛੇ ਨਹੀਂ ਹਟਣੇ ਵਾਲਾ। ਇਸ ਤੋਂ ਆਪਾਂ ਇੱਕ ਤਾਂ ਆਪਣੀ ਜਿਹੜੇ
ਆਪਾਂ ਕਰਦੇ ਆ ਸਰਜੀਕਲ ਸਟ੍ਰਾਈਕ ਵਗੈਰਾ, ਇਹਦੇ 'ਚ ਆਪਾਂ ਹੋਰ ਜਾਨ ਪਾਈਏ, ਹੋਰ ਗਾਈਡਡ ਚੰਗੇ ਵੈਪਨ ਲਈਏ, ਹੋਰ ਆਪਣੀ ਕਾਬਲੀਅਤ ਨੂੰ ਵਧਾਈਏ। 에ਅਰ ਡਿਫੈਂਸ ਦੇ ਆਪਾਂ ਵੈਪਨ ਰਸ਼ੀਆ ਤੋਂ ਲੈ ਰਹੇ ਹਾਂ ਲੇਟੈਸਟ S-300, ਉਹ ਜਲਦੀ ਲੈ ਕੇ ਆਈਏ ਤਾਂ ਕਿ ਜਿਸ ਤਰੀਕੇ ਨਾਲ ਅਭਿਨੰਦਨ ਦਾ ਹੋਇਆ ਉਹ ਨਾ ਹੋਵੇ, ਤੇ ਆਪਣੀ ਮਜ਼ਬੂਤੀ ਕਰਨਾ ਜ਼ਰੂਰੀ ਹੈ। ਉਸ ਤੋਂ ਇਲਾਵਾ ਆਪਾਂ ਨੂੰ ਆਪਣਾ ਕਨਵੈਨਸ਼ਨਲ ਆਪਸ਼ਨ ਵੀ ਤਿਆਰ ਕਰਨਾ ਚਾਹੀਦਾ ਤਾਂ ਕਿ ਆਪਾਂ ਲੜਾਈ ਅਗਰ ਆਰ ਪਾਰ ਦੀ ਹੋਏ ਤੇ ਆਪਾਂ ਟੈਂਕ ਲੈ ਕੇ ਪਾਕਿਸਤਾਨ ਹੀ ਜਾ ਸਕੀਏ। ਉਹ ਦੂਜੀ ਗੱਲ। ਤੀਜੀ ਗੱਲ ਹੈ ਆਪਣਾ ਖੁਦ ਦਾ ਜਿਹੜਾ ਘਰ ਹੈ ਉਹ ਠੀਕ ਹੋਣਾ ਚਾਹੀਦਾ। ਇਹਦਾ ਮਤਲਬ ਇਹ ਹੋਇਆ ਕਿ ਜੰਮੂ ਐਂਡ ਕਸ਼ਮੀਰ ਦੀ ਪ੍ਰੋਬਲਮ ਨੂੰ ਆਪਾਂ ਅੰਦਰੋਂ ਸੋਲਵ ਕਰਨਾ, ਬਾਹਰੋਂ ਤਾਂ ਜਿਹੜਾ ਉਹਦਾ ਫਰਕ ਪੈਂਦਾ ਹੀ ਹੈ। ਦੁਨੀਆ ਦੇ ਦੂਜੇ ਮੁਲਕ ਹੈਗੇ, ਉਹਨਾਂ ਦਾ ਵੀ ਸਾਂਝ ਪਾਣੀ ਹੈ ਉਹਨਾਂ ਦੇ ਨਾਲ। ਲੇਕਿਨ ਇੱਕ ਚੀਜ਼ ਆਪਾਂ ਜ਼ਰੂਰ ਯਾਦ ਰੱਖਣੀ ਹੈ, ਇਹ ਆਤੰਕਵਾਦ ਦੀ ਲੜਾਈ 'ਚ ਕੋਈ ਦੂਜਾ ਮੁਲਕ ਸਾਡਾ ਕੰਮ ਨਹੀਂ ਕਰੇਗਾ, ਆਪਾਂ ਹੀ ਕਰਨਾ ਪਏਗਾ। ਆਪਣੀ ਲੜਾਈ ਖੁਦ ਲੜਨੀ ਪਏਗੀ। ਇੱਕ ਆਪਾਂ ਇਹ ਸੋਚ ਕੇ ਬਹਿ ਜਾਂਦੇ ਹਾਂ ਕਿ ਪਾਕਿਸਤਾਨ ਨੂੰ ਆਪਾਂ ਅਲੱਗ ਥਲੱਗ ਕਰ ਦਿਆਂਗੇ, ਉਹ ਕਰਨਾ ਮੁਸ਼ਕਲ ਹੈ। ਅੱਜ ਕੱਲ੍ਹ ਦੇ ਜ਼ਮਾਨੇ 'ਚ ਪਾਕਿਸਤਾਨ ਦੀ ਜਿਹੜੀ ਜੋਗਰਾਫੀ ਹੈ, ਜਿਹੜਾ ਉਹਦਾ ਲੋਕੇਸ਼ਨ ਹੈ, ਉਹ ਇਹ ਜੀ ਥਾਂ ਤੇ ਰੱਬ ਨੇ ਉਹਨਾਂ ਨੂੰ ਵੀ ਕੁਝ ਨਿਆਮਤ ਦਿੱਤੀ ਹੈ, ਤੇ ਉਹ ਕੁਝ ਵੀ ਕਰਨਾ ਹੋਏ ਅਫਗਾਨਿਸਤਾਨ ਵਿੱਚ ਜਾਂ ਕਿਤੇ ਹੋਰ, ਪਾਕਿਸਤਾਨ ਦੀ ਲੋੜ ਪੈਂਦੀ ਹੈ ਦੂਜੇ ਮੁਲਕਾਂ ਨੂੰ। ਤੇ ਉਹਨਾਂ ਨੇ ਚਾਈਨਾ ਦਾ ਸਾਥ ਲੈ ਲਿਆ, ਸਾਂਝ ਪਾ ਲਈ ਹੈ, ਤੇ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਹੋ ਗਿਆ ਚੀਨ ਦਾ। ਤੇ ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਦੂਸਰੇ ਮੁਲਕਾਂ ਤੇ ਰਿਲਾਈ ਨਹੀਂ ਕਰਨਾ ਚਾਹੀਦਾ। ਔਰ ਮੇਰੇ ਖਿਆਲ ਨਾਲ ਮਸੂਦ ਅਜ਼ਹਰ ਨੂੰ ਅਗਰ ਉਹ ਕਰਦੇ ਹੈ ਤਾਂ ਠੀਕ ਹੈ, ਨਾ ਕਰਨ ਤਾਂ ਨਾ ਕਰਨ। ਸਾਰੀ ਦੁਨੀਆ ਜਾਣਦੀ ਹੈ ਕਿ ਉਹ ਅਤਵਾਦੀ ਹੈ। ਮੈਂ ਤਾਂ ਉਹਨੂੰ ਮੌਲਾਨਾ ਵੀ ਨਹੀਂ ਕਹਿੰਦਾ, ਮੈਂ ਤਾਂ ਮਸੂਦ ਅਜ਼ਹਰ ਹੀ ਕਹਿੰਦਾ। ਮੈਂ ਤਾਂ ਉਹਨੂੰ, ਉਹ ਹੈਗਾ ਇੱਕ ਹਾਫਿਜ਼ ਸਈਦ, ਉਹਨੂੰ ਮੈਂ ਹਾਫਿਜ਼ ਵੀ ਨਹੀਂ ਕਹਿੰਦਾ, ਮੁਹੰਮਦ ਸਈਦ। ਦੇਖੋ ਜੀ, ਮੌਲਾਨਾ ਤੇ ਹਾਫਿਜ਼ ਬੜੇ ਲਾਇਕ ਬੰਦਿਆਂ ਨੂੰ ਕਿਹਾ ਜਾਂਦਾ ਸਾਡੀ ਸੁਸਾਇਟੀ 'ਚ। ਜਿਹੜੇ ਲੋਕਾਂ ਨੇ ਕਿਸੇ ਦੀ ਜਿਹੜੀ ਰੱਖਿਆ ਕਰ ਸਕੇ ਉਹ ਮੌਲਾਨਾ ਹੈ। ਜਿਹੜਾ ਕੋਈ ਕੁਰਾਨ ਨੂੰ ਚੰਗੀ ਤਰ੍ਹਾਂ ਸਮਝਦਾ ਹੋ ਉਹ ਹਾਫਿਜ਼ ਹੈ। ਇਹ ਕਿੱਥੇ ਹਾਫਿਜ਼ ਹੈਗੇ, ਇਹ ਕਿੱਥੇ ਮੌਲਾਨਾ ਹੈਗੇ, ਇਹ ਤਾਂ ਫਸਾਦੀ ਹੈਗੇ। ਤੇ ਇਸ ਕਰਕੇ ਆਪਾਂ ਨੂੰ ਇੰਨਾ ਜ਼ੋਰ ਨਹੀਂ ਪਾਉਣਾ ਚਾਹੀਦਾ ਕਿ ਇਹ ਮਸੂਦ ਅਜ਼ਹਰ ਨੂੰ ਜੀ ਅਤਵਾਦੀ ਘੋਸ਼ਿਤ ਕਰ ਦਿਓ। ਕਰੋ ਨਾ ਕਰੋ, ਆਪਣੀ ਤਰਫੋਂ ਇਹ ਨੈਸ਼ਨਲ, ਇਹਨੂੰ ਮੁੱਦਾ ਇੰਨਾ ਜ਼ੋਰ ਪਾਣਾ, ਰੋਜ਼ ਟੀਵੀ ਤੇ ਕਰਨਾ। ਇੱਕ ਮੇਰੀ ਹੋਰ ਅਪੀਲ ਹੈ ਜੀ ਕਿ ਆਪਾਂ ਟੀਵੀ ਤੇ ਜਿਹੜੀ ਇਹ ਚਲਾ ਰਹੇ ਹਾਂ, ਇਹ ਰੋਜ਼ ਚੈਨਲਾਂ ਤੇ, ਇਹਦੇ ਨਾਲ ਨਾ ਡਿਸੀਜਨ ਮੇਕਰ ਦੇ ਉੱਤੇ ਪ੍ਰੈਸ਼ਰ ਪੈ ਜਾਂਦਾ ਔਰ ਇਹਦੀ ਕੋਈ ਲੋੜ ਨਹੀਂ। ਇੱਕ ਤਾਂ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਵੀ ਪਬਲਿਕ ਨੂੰ ਸਮਝਾਉਣਾ ਚਾਹੀਦਾ ਤਾਂ ਕਿ ਪਬਲਿਕ ਦੀ ਨੌਲੇਜ ਵਧੇ। ਦੂਜਾ, ਪਬਲਿਕ ਨੂੰ ਵੀ ਰੋਜ਼ ਟੀਵੀ ਦੀ ਲੜਾਈ ਨਹੀਂ ਲੜਨੀ ਚਾਹੀਦੀ। ਇਹ ਆਪਾਂ, ਇਹ ਦੇਖੋ ਜੀ, ਮੈਂ ਤਾਂ ਇੰਨੇ ਦਿਨ ਹੋਏ, ਇੰਨੀ ਟੀਵੀ ਚੈਨਲਸ ਮੇਰੇ ਕੋਲ ਆਏ, ਤੁਸੀਂ ਦੂਜੀ ਚੈਨਲ ਹੋ ਜਿਹਦੇ ਨਾਲ ਮੈਂ ਗੱਲ ਕਰ ਰਿਹਾ। ਇੱਕ ਮੈਂ ਤਿਰੰਗਾ ਚੈਨਲ ਨਾਲ ਗੱਲ ਕੀਤੀ, ਕਿਉਂਕਿ ਟੀਵੀ ਤੇ ਡਰਾਮਾ ਕਰਨਾ, ਐਵੇਂ ਲੜਾਈ ਕਰਨਾ, ਉਹਦਾ ਕੋਈ ਮਤਲਬ ਨਹੀਂ। ਆਪਰੇਸ਼ਨਲ ਚੀਜ਼ਾਂ ਹੋਰ ਹੁੰਦੀਆਂ ਨੇ, ਟੈਲੀਵਿਜ਼ਨ ਹੋਰ ਹੁੰਦਾ। ਤੇ ਮੇਰੀ ਸਾਰਿਆਂ ਤੋਂ ਅਪੀਲ ਹੈ ਕਿ ਆਪਾਂ, ਉਹ ਕਹਿੰਦੇ ਨਾ ਹਾਊਸ ਦਾ ਜੋਸ਼, ਪਰ ਦੇਖੋ ਜੀ ਇਹਦੇ ਨਾਲ ਹੀ ਪੁੱਛਣਾ ਚਾਹੀਦਾ ਹਾਊਸ ਦਾ ਹੋਸ਼ ਵੀ ਰੱਖਣਾ ਹੈ। ਜੋਸ਼ ਦੇ ਨਾਲ ਹੋਸ਼ ਰੱਖਣਾ ਬਹੁਤ ਜ਼ਰੂਰੀ ਹੈ। ਆਪਾਂ ਜੋਸ਼ ਤਾਂ ਜ਼ਰੂਰ ਵਧਾਈਏ, ਪੰਜਾਬੀਆਂ ਤਾਂ ਜੋਸ਼ ਹੁੰਦਾ ਹੀ ਹੈ, ਪਰ ਹੋਸ਼ ਵੀ ਰੱਖੀਏ ਨਾ। ਅਗਰ ਹੋਸ਼ ਗਵਾ ਗਏ ਤਾਂ ਪ੍ਰੋਬਲਮ ਹੋਰ ਵੱਧ ਸਕਦੀ ਹੈ। ਮੇਰਾ ਲਾਸਟ ਸਵਾਲ ਹੈ ਤੁਹਾਨੂੰ ਸਰ, ਤੁਸੀਂ ਗੰਗਾਨਗਰ ਤੋਂ ਆਏ ਔਰ ਇੰਨਾ ਕੁਝ ਹਾਸਲ ਕਰ ਲਿਆ, ਹਾਂਜੀ, ਸੈਟੀਸਫਾਈਡ ਰਹੀ ਜਰਨੀ? हाँ जी, बिल्कुल खुशी है इस चीज़ की। एंड वाहेगुरु ते मेरा जिहड़ा विश्वास है वो बहुत वध गया। मैनू बहुत वारी, कई बारी ना मैनू जी एक मैसेज मैं सारिਆਂ ਨੂੰ देना चाहता कि सारिਆਂ ਦੇ ਜੀਵਨ ਵਿੱਚ ਕੋਈ ਨਾ ਕੋਈ ਨਾਕਾਮਯਾਬੀ ਜ਼ਰੂਰ ਆਏਗੀ। ਤੁਹਾਨੂੰ ਉਸ ਮੌਕੇ ਤੇ ਲੱਗੇਗਾ ਕਿ ਵਾਹਿਗੁਰੂ ਮੇਰੇ ਨਾਲ ਨਹੀਂ ਹੈ, ਮੈਨੂੰ ਕਿਉਂ ਨਹੀਂ ਦੇ ਰਿਹਾ ਇਹ ਚੀਜ਼। ਪਰ ਦੇਖੋ ਜੀ, ਮੈਨੂੰ 3-4 ਵਾਰੀ ਇਹ ਜਿਹਾ ਮਹਿਸੂਸ ਹੋਇਆ ਕਿ ਅਗਰ ਉਹ ਨਹੀਂ ਮਿਲਿਆ ਨਾ, ਉਸ ਤੋਂ ਕੁਝ ਹੋਰ ਚੰਗਾ ਤੇ ਵਧੀਆ ਮਿਲ ਗਿਆ। ਤੇ
ਮਤਲਬ ਵਾਹਿਗੁਰੂ ਨੂੰ ਪਤਾ ਹੈ ਤੁਹਾਨੂੰ ਕੀ ਦੇਣਾ ਹੈ। ਤੁਸੀਂ ਆਪਣੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਤਾਂ ਹੀ। ਔਰ ਦੂਜੀ ਚੀਜ਼ ਇਹ ਵੀ ਹੈ ਕਿ ਰੋਜ਼ ਆਪਣੀ ਨਵੀਂ ਟਾਰਗੇਟ ਲੱਭੋ। ਮੈਂ ਵੀ ਹੁਣ ਰਿਟਾਇਰ ਹੋਇਆ, ਪਰ ਰਿਟਾਇਰ ਹੋ ਕੇ ਮੈਂ ਟਾਇਰ ਨਹੀਂ ਹੋਇਆ, ਮੈਂ ਰੀਅਟਾਇਰ ਕਰ ਲਿਆ। ਹੁਣ ਕੀ ਰੂਟੀਨ ਕੀ ਰਹਿੰਦੀ ਹੈ ਸਰ? ਦੇਖੋ ਜੀ, ਮੈਂ ਰਿਟਾਇਰ ਹੁੰਦੇ ਹੀ ਮੈਨੂੰ ਪੰਜਾਬ ਯੂਨੀਵਰਸਿਟੀ ਨੇ ਚੇਅਰ ਆਫ ਐਕਸੀਲੈਂਸ ਦੇ ਦਿੱਤੀ, ਮਹਾਰਾਜਾ ਰਣਜੀਤ ਸਿੰਘ ਚੇਅਰ। ਤੇ ਪਿਛਲੇ ਲਗਭਗ 3 ਸਾਲ ਤੋਂ ਮੈਂ ਡਿਪਾਰਟਮੈਂਟ ਆਫ ਡਿਫੈਂਸ ਵਿੱਚ ਇੱਕ ਚੇਅਰ ਹੋਲਡ ਕਰ ਰਿਹਾ, ਵਿਜ਼ਿਟਿੰਗ ਪ੍ਰੋਫੈਸਰ ਹਾਂ ਤੇ ਬੱਚਿਆਂ ਨੂੰ ਪੜ੍ਹਾਉਂਦਾ ਤੇ ਉੱਥੇ ਸੈਮੀਨਾਰ ਕਰਦੇ ਹਾਂ ਅਸੀਂ। ਤਾਂ ਹੀ ਮੈਂ ਕਹਿੰਦਾ ਮੈਂ ਹਾਲੇ ਵੀ ਯੂਨੀਫਾਰਮ ਵਿੱਚ ਹੀ ਹਾਂ। ਤੇ ਉਸ ਤੋਂ ਇਲਾਵਾ ਮੈਨੂੰ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦਾ ਸਲਾਹਕਾਰ ਲਾਇਆ, ਉਹ ਸੈਨਿਕਾਂ ਦੇ ਵੈਲਫੇਅਰ ਡਿਪਾਰਟਮੈਂਟ ਤੇ ਲਾਇਆ। ਜਿਹੜੇ ਸਾਬਕਾ ਸੈਨਿਕ ਹੈ, ਜਿਹੜੇ ਮੌਜੂਦਾ ਸੈਨਿਕ ਹੈ, ਜਿਹੜੇ ਅਰਧ ਸੈਨਿਕ ਹੈ, ਉਸ ਡਿਪਾਰਟਮੈਂਟ ਦਾ ਸਲਾਹਕਾਰ ਲਾਇਆ। ਤੇ ਹੁਣੇ ਹਾਲ ਵਿੱਚ ਮੈਂ ਇਸੀ ਮਹੀਨੇ ਮੈਨੂੰ ਸਟੇਟ ਇਨਫੋਰਮੇਸ਼ਨ ਕਮਿਸ਼ਨ ਵਿੱਚ ਅਪਾਇੰਟ ਕਰਤਾ। ਤੇ ਅਗਰ ਤੁਸੀਂ ਮਿਹਨਤ ਕਰਦੇ ਰਹੋਗੇ ਤੇ ਤੁਹਾਨੂੰ ਕੋਈ ਨਾ ਕੋਈ ਕੰਮ ਮਿਲਦੇ ਰਹਿਣਗੇ। ਬਿਲਕੁਲ ਸਰ। ਆਪਾਂ ਰਿਟਾਇਰ ਹੋਣਾ ਹੈ ਲੇਕਿਨ ਟਾਇਰ ਨਹੀਂ ਹੋਣਾ, ਕੋਈ ਨਵਾਂ ਰੀਅਟਾਇਰ ਕਰਕੇ। ਉਸ ਤੋਂ ਇਲਾਵਾ ਮੈਂ ਜੀ ਥੋੜਾ ਬਹੁਤ NGOs ਦੇ ਨਾਲ ਵੀ ਕੰਮ ਕਰਦਾ। ਇੱਕ ਮੈਂ ਨਵੀਂ ਪਹਿਲ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਨਾ ਅਸੀਂ ਉਹਨੂੰ ਕਹਿੰਦੇ ਆ ਸੀਮਾ ਖੋਜ, ਕਿ ਬਾਰਡਰ ਡਿਸਟ੍ਰਿਕਟਸ ਤੇ ਬੰਦਿਆਂ ਨੂੰ ਆਈਡੀਆ ਨਹੀਂ ਹੈਗਾ। ਜਿਹੜੇ ਆਪਣੇ ਸਕੂਲ ਹੈਗੇ, ਮੈਂ ਕਈ ਜਗ੍ਹਾ ਜਾਂਦਾ, ਆਪਾਂ ਉੱਥੇ ਜਾ ਕੇ ਦੇਖਦੇ ਆ ਉਹਨਾਂ ਨੂੰ, ਉਹ ਕਹਿੰਦੇ ਨੇ ਜੀ LC ਹੈ, ਬਾਰਡਰ ਹੈ, AGPL ਹੈ, ਉਹਨਾਂ ਨੂੰ ਕੋਈ ਇਹਦਾ ਪ੍ਰੋਪਰ ਉਹਨਾਂ ਨੂੰ ਨੌਲੇਜ ਨਹੀਂ ਹੈ, ਐਗਜ਼ੈਕਟ ਡਾਈਮੈਂਸ਼ਨਸ ਨਹੀਂ। ਤੇ ਆਪਾਂ ਔਰ ਕਿਸ ਤਰੀਕੇ ਨਾਲ ਉਹਨੂੰ ਮੈਨ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਦੀ ਫੌਜਾਂ ਲੱਗੀਆਂ ਨੂੰ। ਤੇ ਅਸੀਂ ਸਕੂਲਾਂ ਕਾਲਜਾਂ 'ਚ ਜਾ ਕੇ ਬੱਚਿਆਂ ਨੂੰ ਇਹ ਪੜ੍ਹਾਉਂਦੇ ਆ, ਉਹਨਾਂ ਨੂੰ ਇਹਦਾ ਫਾਇਦਾ ਹੁੰਦਾ ਹੈ। ਤੇ ਉਹ ਜਿਹੜੇ ਐਗਜ਼ਾਮ ਵਗੈਰਾ ਲਿਖਦੇ ਆ ਉਹਦੇ 'ਚ ਵੀ ਕੰਮ ਆਉਂਦਾ, ਨੌਲੇਜ ਵੀ ਵੱਧਦੀ ਹੈ। ਜਿਹੜਾ TV ਅਖਬਾਰ ਵਿੱਚ ਦੇਖਦੇ ਆ ਉਹਦੀ ਸਮਝ ਵੀ ਚੰਗੀ ਹੁੰਦੀ ਹੈ ਕਿ ਚੀਜ਼ ਕੀ ਹੈ। ਤੇ ਇਹ ਮੈਂ ਨਵਾਂ ਉਪਰਾਲਾ ਕੀਤਾ ਤੇ ਮੈਨੂੰ ਕਾਫੀ ਦੇ ਸਪੋਰਟ ਵੀ ਮਿਲ ਰਹੀ ਹੈ। ਥੈਂਕ ਯੂ ਸੋ ਮਚ ਸਰ ਸਾਡੇ ਨਾਲ ਗੱਲ ਕਰਨ ਲਈ, ਔਰ ਅਸੀਂ ਆਸ ਕਰਾਂਗੇ ਇਹ ਵੀ ਤੁਹਾਡਾ ਜੋਸ਼ ਜਜ਼ਬਾ ਹਮੇਸ਼ਾ ਬਣਿਆ ਰਹੇ। ਸੋ ਇਹ ਸੀ ਕਹਾਣੀ ਪ੍ਰੋਗਰਾਮ ਮਿੱਤਰਾਂ ਨਾ ਚੱਲਦਾ ਵਿੱਚ ਲੈਫਟੀਨੈਂਟ ਜਨਰਲ ਰਿਟਾਇਰਡ KJ ਸਿੰਘ ਦੀ। ਸਾਨੂੰ ਫੌਜੀਆਂ ਤੇ ਮਾਣ ਹੈ, ਅਸੀਂ ਪਹਿਲੇ ਵੀ ਕਿਹਾ, ਔਰ ਅੱਜ ਇਹਨਾਂ ਨਾਲ ਗੱਲ ਕਰਕੇ ਅਸੀਂ ਦੇਖਿਆ ਵੀ ਕਿਸ ਤਰ੍ਹਾਂ 40 ਸਾਲ ਦੇ ਕਰੀਅਰ ਦੇ ਵਿੱਚ ਇਹਨਾਂ ਨੇ ਔਕੜਾਂ ਵੀ ਝੇਲੀਆਂ, ਔਰ ਲੇਕਿਨ ਹਮੇਸ਼ਾ ਹੈਡ ਹਾਈ ਰੱਖਿਆ, ਕਦੀ ਸ਼ੋਲਡਰਸ ਨਹੀਂ ਡਿੱਗਣ ਦਿੱਤੇ, ਔਰ ਚੈਲੰਜਸ ਜਿਹੜੇ ਹੈ ਉਹ ਸਹੀ ਹੈ। ਅਸੀਂ ਸੈਲੂਟ ਕਰਦੇ ਇੱਕ ਵਾਰੀ ਫੇਰ, ਔਰ ਅਗਲੀ ਵਾਰੀ ਫੇਰ ਮਿਲਾਂਗੇ ਪ੍ਰੋਗਰਾਮ ਮਿੱਤਰਾਂ ਨਾਲ ਚੱਲਦਾ ਵਿੱਚ ਕਿਸੇ ਹੋਰ ਸ਼ਖਸੀਅਤ ਨੂੰ।